ਕਿਹੜੀ ਵਜ੍ਹਾ ਰਹੀ ਕਿ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਛੱਡੀ, ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਸਾਥੀ ਬਣ ਗਏ, ਉਸ ਤੋਂ ਬਾਅਦ ਤੁਸੀਂ ਕਾਂਗਰਸ ਦੇ ਨਾਲ ਜਾ ਰਲੇ। ਇਹ ਵੀ ਲੋਕਾਂ ਤੱਕ ਪਹੁੰਚਾਉਣਾ ਤੁਹਾਨੂੰ ਵੀ ਪਤਾ ਹੈ ਕਿ ਲਾਜ਼ਮੀ ਹੋਊਗਾ ਕਿ ਲੋਕਾਂ ਨੂੰ ਸਮਝਾ ਸਕੋ ਕਿ ਤੁਸੀਂ ਮੇਰੇ ਤੇ ਭਰੋਸਾ ਕਿਉਂ ਕਰੋ। ਸੋ ਉਸ ਸਮੇਂ ਇਲੈਕਸ਼ਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਸਾਰੇ ਪੰਜਾਬ ਦੇ ਵਿੱਚ ਸਾਡੇ ਤੋਂ ਵੀ ਬੋਰਡ ਲਗਵਾਏ, ਅਸੀਂ ਲਾਏ, ਕਿਉਂਕਿ ਅਸੀਂ ਜਾਣਦੇ ਸੀ ਵੀ ਕਿਤੇ ਨਾ ਕਿਤੇ ਵਿਕਰਮਜੀਤ ਮਜੀਠੀਆ ਜਿਹੜਾ ਉਹ ਨਸ਼ੇ ਦੇ ਜਿਹੜੇ ਕਾਰੋਬਾਰ ਦੇ ਨਸ਼ੇ ਦੇ ਧੰਦੇ ਦੇ ਵਿੱਚ ਜਿਹੜਾ ਉਹ ਇਨਵੋਲਵ ਸੀਗਾ, ਠੀਕ ਹੈ ਨਾ। ਪਰ ਜਦੋਂ ਆਪੋਜੀਸ਼ਨ 'ਚ ਬੈਠ ਗਏ ਤਾਂ ਹੁਣ ਵਿਕਰਮਜੀਤ ਮਜੀਠੀਆ ਤੋਂ ਇੱਕਦਮ ਉਹ ਮਾਫੀ ਮੰਗ ਲੈਂਦੇ ਨੇ। ਉਹ ਪੰਜਾਬ ਦਾ ਬੱਚਾ ਇਹ ਮੰਨਦਾ ਗਾ, ਕਹਿੰਦਾ ਗਾ ਕਿ ਵੀ ਇਹ ਵਿਕਰਮਜੀਤ ਮਜੀਠੀਆ ਜਿਹੜਾ ਉਹ ਨਸ਼ੇ ਦੇ ਵਿੱਚ ਜਿਹੜਾ ਇਨਵੋਲਵ ਰਿਹਾ। ਲੋਕਾਂ ਨੇ ਇੱਕ ਗੱਲ ਬੜੀ ਹੈਰਾਨੀਜਨਕ ਗੱਲ ਦੱਸੀ ਕਿ ਪਹਿਲਾਂ ਸਾਡਾ ਜਿਹੜਾ ਹਸਪੀਟਲ ਸੀ ਭਦੌੜ ਦਾ, ਉਹਦੇ ਵਿੱਚ 4-5 ਡਾਕਟਰ ਬੈਠਦੇ ਸੀ। ਕਹਿੰਦੇ ਇਹ ਪਹਿਲੀ ਵਾਰ ਹੋਇਆ ਹੋਣਾ ਹੈ ਕਿ ਕੋਈ ਚੀਜ਼ ਪ੍ਰਮੋਟ ਹੋਣ ਦੀ ਬਜਾਏ ਡਿਮੋਟ ਹੋਈ ਹੋਵੇ। ਉਸ ਹਸਪੀਟਲ ਦੇ ਵਿੱਚ ਅੱਜ ਕੋਈ ਡਾਕਟਰ ਨਹੀਂ ਬਹਿੰਦਾ। ਤੇ ਸੀਐਮਓ ਸੀਗੇ ਆਪਣੇ ਜਸਵੀਰ ਸਿੰਘ ਔਲਖ ਜੀ, ਬਹੁਤ ਅੱਛੇ ਸੀਗੇ, ਪਰ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਹੁਣ ਇੱਥੋਂ ਦੀ ਬਦਲ ਦਿੱਤਾ ਗਿਆ। ਸੋ ਮਤਲਬ ਜਦੋਂ ਇਹੋ ਜਿਹੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਉਹਦਾ ਖਮਿਆਜਾ ਕਿਤੇ ਨਾ ਕਿਤੇ ਸਾਨੂੰ ਮਤਲਬ ਭੁਗਤਣਾ ਪੈਂਦਾ। ਇੱਕ ਦੋ ਲਾਂਬੇ ਹੋਰ ਵੀ ਆ ਤੁਹਾਡੇ ਸਿਰ ਤੇ। ਲੋਕ ਕਹਿੰਦੇ ਕਿ ਜਦੋਂ ਐਮਐਲਏ ਸਾਹਿਬ ਆਉਂਦੇ ਨੇ ਉਹਨਾਂ ਨਾਲ ਪੁਲਿਸ ਦਾ ਬਹੁਤ ਵੱਡਾ ਕਾਫਲਾ ਹੁੰਦਾ, ਅਸੀਂ ਤਾਂ ਨੇੜੇ ਵੀ ਨਹੀਂ ਲੱਗ ਸਕਦੇ। ਦੇਖੋ 20-25 ਜਿਹੜੇ ਪੁਲਿਸ ਵਾਲੇ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਕਿ ਮੇਰੇ ਨਾਲ ਹੁੰਦੇ ਹੈਗੇ। ਰਾਜਾ ਵੜਿੰਗ ਜੀ ਆਏ, 1-2 ਕਰੋੜ ਦੇ ਆਪਣਾ ਬੱਸ ਸਟੈਂਡ ਦਾ ਉਦਘਾਟਨ ਵੀ ਕੀਤਾ। ਲੋਕ ਕਹਿੰਦੇ ਚੰਗਾ ਹੋਇਆ, ਚਲੋ ਹਲਕੇ ਦੇ ਵਿੱਚ ਪੈਸਾ ਆਇਆ 2 ਕਰੋੜ ਰੁਪਈਆ ਤਾਂ ਬਹੁਤ ਚੰਗੀ ਗੱਲ ਆ, ਪਰ ਕਹਿੰਦੇ ਚੋਣ ਠੀਕ ਨਹੀਂ ਹੋਈ। ਜਿਹੜੀ ਜਗ੍ਹਾ ਤੇ ਪਹਿਲਾਂ ਹੀ ਬੱਸਾਂ ਬਹੁਤ ਤੰਗ ਨੇ, ਉੱਥੇ ਬਾਜ਼ਾਰ ਵੀ ਹੈ, ਉੱਥੇ ਲੋਕਾਂ ਦੀਆਂ ਗੱਡੀਆਂ ਵੀ ਖੜਦੀਆਂ ਨੇ, ਉੱਥੇ 4 ਤੋਂ 5 ਬੱਸਾਂ ਮਸਾਂ ਖੜਦੀਆਂ, ਉੱਥੇ ਪੈਸਾ ਲਾਉਣ ਦੀ ਬਜਾਏ ਕਹਿੰਦੇ ਜੇਕਰ ਬਾਅਦ ਕੋਈ ਪ੍ਰਪੋਜ਼ਲ ਆਉਂਦੀ ਕਿਤੇ ਪਾਸੇ ਕੱਢ ਕੇ ਖੁੱਲਾ ਬੱਸ ਸਟੈਂਡ ਬਣ ਜਾਂਦਾ ਤਾਂ ਸੋਹਣੀ ਗੱਲ ਹੋਣੀ ਸੀ। ਜਿਹੜੀ ਜਗ੍ਹਾ ਜਿਹੜੀ ਇਹ ਮੈਨੂੰ ਲੱਗਦਾ ਠੀਕ ਹੈਗੀ ਆ। ਕੁਝ ਲੋਕਾਂ ਦੀ ਰਾਏ ਹੋ ਸਕਦੀ ਹੈ ਵੀ ਬਾਹਰ ਚਲਾ ਜਾਂਦਾ। ਪਿਰਮਲ ਸਿੰਘ ਹੋਰਾਂ ਦੀ ਤਾਂ ਰਵਾਇਤੀ ਤੌਰ ਤੇ ਕਾਂਗਰਸ ਦੇ ਵਿੱਚ ਜੁਆਇਨਿੰਗ ਹੀ ਨਹੀਂ ਹੋਈ। ਕਹਿੰਦੇ ਜੇ ਸਹੀ ਤਰੀਕੇ ਮੰਨੀਏ ਤਾਂ ਤੁਸੀਂ ਕਾਂਗਰਸ ਦੇ ਵੀ ਨਹੀਂ ਹੈਗੇ, ਤੁਸੀਂ ਆਮ ਆਦਮੀ ਪਾਰਟੀ ਦੇ ਵੀ ਨਹੀਂ ਹੈਗੇ। ਦੇਖੋ ਹੁਣ ਉਹ ਮੇਰੇ ਵਿਰੋਧੀ ਨੇਗੇ, ਠੀਕ ਹੈ ਨਾ, ਤੇ ਉਹਨਾਂ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਨੇ, ਠੀਕ ਹੈ। ਜਿਹੜਾ ਰਵਾਇਤੀ ਕੀ ਹੁੰਦਾ, ਰਵਾਇਤੀ ਤੌਰ ਤੇ ਜੁਆਇਨਿੰਗ ਕੀ ਹੁੰਦੀ ਆ, ਜਦੋਂ ਤੁਸੀਂ ਕਿਸੇ ਪਾਰਟੀ ਦੇ ਫੇਵਰ 'ਚ ਗੱਲ ਕਰਦੇ ਹੋ, ਪਾਰਟੀ ਦੇ ਨਾਲ ਲੀਡਰਸ਼ਿਪ ਦੇ ਨਾਲ ਖੜ ਜਾਂਦੇ ਹੋ ਤਾਂ ਇੱਕ ਤਰ੍ਹਾਂ ਦੀ ਜੁਆਇਨਿੰਗ ਹੁੰਦੀ ਆ। ਜਦੋਂ ਤੁਸੀਂ ਕਿਸੇ ਦੇ ਵਿਰੋਧ 'ਚ ਬੋਲ ਰਹੇ ਹੋ ਤਾਂ ਉਹ ਤੁਹਾਡੀ ਆਪੋਜੀਸ਼ਨ ਹੋ ਜਾਂਦੀ ਆ, ਵਿਰੋਧੀ ਪਾਰਟੀ ਹੋ ਜਾਂਦੀ ਹੈ, ਠੀਕ ਹੈ ਨਾ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੁਰ। ਹਲਕਾਦਾਰ ਹਲਕਾ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਉਸ ਤੋਂ ਬਾਅਦ ਮੌਜੂਦਾ ਵਿਧਾਇਕ ਜਾਂ ਫਿਰ ਉਮੀਦਵਾਰ ਉਹਨਾਂ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ 2022 ਦੇ ਵਿੱਚ ਰੂਟ ਪਲਾਨ ਕੀ ਹੋਏਗਾ। ਸੱਤਾ ਧਿਰ ਨਾਲ ਸੰਬੰਧਿਤ ਵਿਧਾਇਕਾਂ ਨਾਲ ਗੱਲਬਾਤ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਤੋਂ ਸਮਝੀਏ ਕਿ 5 ਸਾਲਾਂ ਦੇ ਵਿੱਚ ਕਿੰਨੇ ਕੁ ਕੰਮ ਕਰਵਾ ਸਕੇ ਨੇ ਜਾਂ ਫਿਰ ਲੋਕ ਉਹਨਾਂ ਤੋਂ ਖੁਸ਼ ਹੋਣਗੇ ਕਿ ਨਹੀਂ ਹੋਣਗੇ। ਅਸੀਂ ਹਲਕਾ ਭਦੌੜ ਪਹੁੰਚੇ, ਹਲਕਾ ਭਦੌੜ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਹੁਣ ਅਸੀਂ ਹਲਕਾ ਭਦੌੜ ਦੇ ਸਿਟਿੰਗ ਵਿਧਾਇਕ ਪਿਰਮਲ ਸਿੰਘ ਧੌਲਾ, ਪਿਰਮਲ ਸਿੰਘ ਖਾਲਸਾ, ਦੋਨਾਂ ਨਾਵਾਂ ਨਾਲ ਤੁਸੀਂ ਜਾਣਦੇ ਹੋ, ਉਹ ਮੇਰੇ ਨਾਲ ਨੇ। ਉਹਨਾਂ ਤੋਂ ਸਮਝਾਂਗੇ ਕਿਉਂਕਿ ਆਮ ਆਦਮੀ ਪਾਰਟੀ ਤੋਂ ਜਿੱਤ ਕੇ ਵਿਧਾਇਕ ਬਣੇ, ਉਸ ਤੋਂ ਬਾਅਦ ਕਾਂਗਰਸ ਦੇ ਨਾਲ ਜਾ ਰਲੇ। ਕੁਝ ਮਹੀਨੇ ਪਹਿਲਾਂ ਸੱਤਾਧਰ ਪਾਰਟੀ ਦਾ ਹਿੱਸਾ ਬਣ ਕੇ ਉਹਨਾਂ ਨੇ ਕੀ ਕੁਝ ਪਾਇਆ ਔਰ ਕੀ ਕੁਝ ਜਨਤਾ ਨੂੰ ਦਿੱਤਾ, ਉਹ ਵੀ ਸਮਝਾਂਗੇ। ਬਹੁਤ ਬਹੁਤ ਸਵਾਗਤ ਹੈ ਐਮਐਲਏ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਐਮਐਲਏ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹੀ ਦੱਸੋ ਕਿ ਜਦੋਂ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਉਸ ਤੋਂ ਬਾਅਦ, ਜਾਣੀ ਪਾਵਰ 'ਚ ਆ ਜਾਂਦਾ ਬੰਦਾ ਨਾ, ਪਹਿਲਾਂ ਤੁਹਾਡੇ ਕੋਲੇ ਪਾਵਰ ਨਹੀਂ ਸੀ, ਉਸ ਤੋਂ ਬਾਅਦ ਤੁਸੀਂ ਪਾਵਰ 'ਚ ਆ ਗਏ, ਉਸ ਸਮੇਂ ਦੇ ਦਰਮਿਆਨ ਲੋਕਾਂ ਵਾਸਤੇ ਕੀ ਕੁਝ ਕਰਵਾ ਪਾਏ? ਦੇਖੋ ਇੱਕ ਕਲਚਰ ਬਣਿਆ ਹੋਇਆ ਹੈਗਾ ਸਾਡਾ ਰਾਜਨੀਤੀ ਦੇ ਵਿੱਚ ਕਿ ਜਦੋਂ ਤੁਸੀਂ ਆਪੋਜੀਸ਼ਨ ਦੇ ਵਿੱਚ ਹੁੰਦੇ ਹੋ ਉਦੋਂ ਸਿਰਫ ਤੁਸੀਂ ਮਸਲੇ ਉਠਾ ਸਕਦੇ ਹੋ, ਬਿਲਕੁਲ ਸਰਕਾਰ ਦੇ ਖਿਲਾਫ ਬੋਲ ਸਕਦੇ ਹੋ, ਜੋ ਤੁਹਾਡੇ ਹਲਕੇ ਦੀਆਂ ਸਮੱਸਿਆਵਾਂ ਨੇ, ਲੋਕਾਂ ਦੀਆਂ ਸਮੱਸਿਆਵਾਂ ਨੇ, ਉਹ ਤੁਸੀਂ ਸਰਕਾਰ ਦੇ ਧਿਆਨ ਵਿੱਚ ਲਿਆ ਸਕਦੇ ਹੈਗੇ ਹੋ। ਸੋ ਅੱਗੇ ਡਿਪੈਂਡ ਕਰਦਾ ਕਿ ਸਰਕਾਰ ਤੇ ਕਿ ਵੀ ਉਸ ਨੂੰ ਕਿਸ ਤਰ੍ਹਾਂ ਲੈਂਦੀ ਆ। ਪਰ ਜਦੋਂ ਤੁਸੀਂ ਸਰਕਾਰ ਦੇ ਵਿੱਚ ਹੁੰਦੇ ਹੈਗੇ ਹੋ ਤਾਂ ਫਿਰ ਉਹ ਸਰਕਾਰ ਦੀ ਵੀ ਇਹ ਮਜਬੂਰੀ ਬਣ ਜਾਂਦੀ ਹੈ ਕਿ ਵੀ ਇਹ ਸਾਡਾ ਐਮਐਲਏ ਹੈਗਾ, ਸਾਡੇ ਨਾਲ ਹੈਗਾ, ਤੇ ਵੀ ਅਸੀਂ ਲੋਕਾਂ ਦੀਆਂ ਇਹਨਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਉਹਨਾਂ ਨੂੰ ਹੱਲ ਕਰੀਏ।
ਸੋ ਉਸ ਚੀਜ਼ ਦਾ ਜਦੋਂ ਮੈਂ ਕਾਂਗਰਸ ਦੇ ਵਿੱਚ ਆਇਆ ਮੈਨੂੰ ਉਹਦਾ ਫਾਇਦਾ ਵੀ ਹੋਇਆ ਲੋਕਾਂ ਨੂੰ, ਔਰ ਜਿਹੜੇ ਮਸਲੇ ਸੀ ਲੋਕਾਂ ਦੇ, ਉਹ ਚਾਹੇ ਸਿਹਤ ਸਹੂਲਤਾਂ ਨੂੰ ਲੈ ਕੇ ਹੋਵੇ ਜਾਂ ਐਜੂਕੇਸ਼ਨ ਨੂੰ ਲੈ ਕੇ ਹੋਵੇ ਜਾਂ ਹੋਰ ਸੜਕਾਂ ਦੀ ਗੱਲ ਹੋਵੇ, ਪਾਣੀ ਦੀ ਗੱਲ ਹੋਵੇ, ਉਹ ਸਾਰੀਆਂ ਸਮੱਸਿਆਵਾਂ ਮੈਂ ਸਰਕਾਰ ਦੇ ਜੋ ਪਹਿਲਾਂ ਧਿਆਨ 'ਚ ਲਿਆਉਂਦਾ ਸੀ ਉਹਨਾਂ ਨੂੰ ਮੈਂ ਜਿਹੜਾ ਹੈਗਾ ਕਾਂਗਰਸ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਹੱਲ ਕਰਵਾਉਣ ਦੇ ਜਿਹੜਾ ਹੈਗਾ ਉਹ 1 to 1 ਕਰਕੇ ਹੱਲ ਕਰਵਾ ਰਹੇ ਹੈਗੇ ਮਸਲੇ। ਤੁਸੀਂ ਇੱਥੋਂ ਹਲਕਾ ਭਦੌੜ ਤੋਂ ਦਾਅਵੇਦਾਰੀ ਵੀ ਪੇਸ਼ ਕਰਦੇ ਹੋ ਕਾਂਗਰਸ ਦੇ ਵੱਲੋਂ, ਕਿਉਂਕਿ ਪਹਿਲਾਂ ਇੱਥੋਂ ਆਮ ਆਦਮੀ ਪਾਰਟੀ ਤੋਂ ਜਿੱਤੇ ਤੇ ਹੁਣ ਵੀ ਆਪਣੀ ਦਾਅਵੇਦਾਰੀ ਪੇਸ਼ ਕਰਦੇ ਹੋ। ਕੀ ਮੰਨਦੇ ਹੋ, ਲੋਕਾਂ ਨੂੰ ਖੁਸ਼ ਕਰ ਪਾਏ ਹੋ ਜਾਂ ਫਿਰ ਲੋਕਾਂ ਨੂੰ ਇਹ ਸਮਝਾਉਣ ਦੇ ਵਿੱਚ ਕਾਮਯਾਬ ਹੋਏ ਹੋ ਕਿ ਕਿਹੜੀ ਵਜ੍ਹਾ ਰਹੀ ਕਿ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਛੱਡੀ, ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਸਾਥੀ ਬਣ ਗਏ, ਉਸ ਤੋਂ ਬਾਅਦ ਤੁਸੀਂ ਕਾਂਗਰਸ ਦੇ ਨਾਲ ਜਾ ਰਲੇ? ਇਹ ਵੀ ਲੋਕਾਂ ਤੱਕ ਪਹੁੰਚਾਉਣਾ ਤੁਹਾਨੂੰ ਵੀ ਪਤਾ ਹੈ ਕਿ ਲਾਜ਼ਮੀ ਹੋਊਗਾ ਕਿ ਲੋਕਾਂ ਨੂੰ ਸਮਝਾ ਸਕੋ ਕਿ ਤੁਸੀਂ ਮੇਰੇ ਤੇ ਭਰੋਸਾ ਕਿਉਂ ਕਰੋ। ਕੀ ਤੁਸੀਂ ਲੋਕਾਂ ਨੂੰ ਸਮਝਾ ਪਾਏ ਹੋ ਜਾਂ ਫਿਰ ਹਾਲੇ ਪ੍ਰਕਿਰਿਆ ਚੱਲ ਰਹੀ ਹੈ ਦੀ? ਦੇਖੋ, ਜਿੱਥੋਂ ਤੱਕ ਮੇਰਾ ਸਿਆਸਤ ਦੇ ਵਿੱਚ ਆਉਣ ਦੀ ਗੱਲ ਹੈਗੀ ਆ ਤਾਂ ਮੈਂ 2017 ਦੀਆਂ ਜਿਹੜੀ ਪਹਿਲੀਆਂ ਮੈਂ ਇਲੈਕਸ਼ਨਾਂ ਲੜੀਆਂ ਹੈਗੀਆਂ, ਸਿਆਸਤ ਦੇ ਵਿੱਚ ਆਇਆਗਾ, ਔਰ ਲੋਕਾਂ ਨੇ ਕਿਉਂਕਿ ਉਸ ਸਮੇਂ ਦੀ ਜਿਹੜੀ ਸਰਕਾਰ ਸੀਗੀ, ਬਾਦਲ ਸਰਕਾਰ, ਅਕਾਲੀ ਦਲ ਦੀ ਸਰਕਾਰ ਸੀ, ਲੋਕਾਂ ਦੇ ਵਿੱਚ ਗੁੱਸਾ ਸੀਗਾ, ਔਰ ਆਮ ਆਦਮੀ ਪਾਰਟੀ ਜਿਹੜੀ ਸੀਗੀ ਉਹ ਬਦਲਾਵ ਦੀ ਗੱਲ ਕਰਦੀ ਸੀ, ਨਵੀਂ ਰਾਜਨੀਤੀ ਦੀ ਗੱਲ ਕਰਦੀ ਸੀਗੀ। ਸੋ ਉਸ ਦੇ ਵਿੱਚੋਂ ਜਿਹੜਾ ਹੈਗਾ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ ਜਿਹੜੀਆਂ 3 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਜਿੱਤ ਕੇ ਲੋਕਾਂ ਨੇ ਜਿਹੜੀਆਂ ਉਹ ਝੋਲੀ ਦੇ ਵਿੱਚ ਪਾਈਆਂ। ਪਰ ਜਦੋਂ ਮਤਲਬ ਹਾਲਾਂਕਿ ਸ਼ੁਰੂਆਤ ਪਹਿਲਾਂ ਹੀ ਹੋ ਗਈ ਸੀ, ਛੋਟੇਪੁਰ ਨੂੰ ਲਾਂਭੇ ਕਰਨਾ, ਫਿਰ ਡਾਕਟਰ ਗਾਂਧੀ ਨੂੰ ਲਾਂਭੇ ਕਰਨਾ, ਔਰ ਜਦੋਂ ਹੁਣ ਆਪੋਜੀਸ਼ਨ ਦੇ ਵਿੱਚ ਸੀਗੇ ਉਸ ਸਮੇਂ ਵੀ ਫੁਲਕਾ ਜੀ ਨੂੰ ਵੀ ਨਹੀਂ ਮਤਲਬ ਖੁੱਲ੍ਹ ਕੇ ਕੰਮ ਕਰਨ ਦਿੱਤਾ ਗਿਆ, ਔਰ ਜਦੋਂ ਸੁਖਪਾਲ ਸਿੰਘ ਖਹਿਰਾ ਜੀ ਕੰਮ ਕਰ ਰਹੇ ਸੀਗੇ, ਸੋ ਉਸ ਸਮੇਂ ਜਿਹੜਾ ਹੈਗਾ ਵਿਕਰਮਜੀਤ ਮਜੀਠੀਏ ਤੋਂ ਮਾਫੀ ਦੀ ਗੱਲ ਜਿਹੜੀ ਅੱਜ ਹੁਣ ਵਿਕਰਮਜੀਤ ਮਜੀਠੀਆ ਦੇ ਉੱਤੇ FIR ਦਰਜ ਹੋ ਚੁੱਕੀ ਆ ਨਸ਼ੇ ਦੇ ਮਾਮਲੇ ਦੇ ਵਿੱਚ। ਸੋ ਉਸ ਸਮੇਂ ਇਲੈਕਸ਼ਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਸਾਰੇ ਪੰਜਾਬ ਦੇ ਵਿੱਚ ਸਾਡੇ ਤੋਂ ਵੀ ਬੋਰਡ ਲਗਵਾਏ, ਅਸੀਂ ਲਾਏ, ਕਿਉਂਕਿ ਅਸੀਂ ਜਾਣਦੇ ਸੀ ਵੀ ਕਿਤੇ ਨਾ ਕਿਤੇ ਵਿਕਰਮਜੀਤ ਮਜੀਠੀਆ ਜਿਹੜਾ ਉਹ ਨਸ਼ੇ ਦੇ ਜਿਹੜੇ ਕਾਰੋਬਾਰ ਦੇ, ਨਸ਼ੇ ਦੇ ਧੰਦੇ ਦੇ ਵਿੱਚ ਜਿਹੜਾ ਉਹ ਇਨਵੋਲਵ ਸੀਗਾ, ਠੀਕ ਹੈ ਨਾ। ਸੋ ਅਸੀਂ ਉਸ ਚੀਜ਼ ਨੂੰ ਬੜੀ ਮਤਲਬ ਜ਼ੋਰ ਸ਼ੋਰ ਦੇ ਨਾਲ ਚੱਕਿਆ, ਔਰ ਲੋਕਾਂ ਨੇ ਵੀ ਸਾਥ ਦਿੱਤਾ ਉਸ ਮਸਲੇ 'ਤੇ, ਉਸ ਮੁੱਦੇ 'ਤੇ। ਪਰ ਜਦੋਂ ਆਪੋਜੀਸ਼ਨ 'ਚ ਬੈਠ ਗਏ ਤਾਂ ਉਹ ਵਿਕਰਮਜੀਤ ਮਜੀਠੀਆ ਤੋਂ ਇੱਕਦਮ ਉਹ ਮਾਫੀ ਮੰਗ ਲੈਂਦੇ ਨੇ। ਅਸੀਂ ਉਸ ਗੱਲ ਦੇ ਉੱਤੇ ਸੁਖਪਾਲ ਖਹਿਰਾ ਜੀ ਨੇ ਰਿਐਕਟ ਕੀਤਾ ਕਿ ਵੀ ਇਹ ਤੁਸੀਂ ਗਲਤ ਕਰ ਰਹੇ ਹੋ, ਪੰਜਾਬ ਦਾ ਬੱਚਾ ਇਹ ਮੰਨਦਾ ਗਾ, ਕਹਿੰਦਾ ਗਾ ਕਿ ਵੀ ਇਹ ਵਿਕਰਮਜੀਤ ਮਜੀਠੀਆ ਜਿਹੜਾ ਉਹ ਨਸ਼ੇ ਦੇ ਵਿੱਚ ਜਿਹੜਾ ਇਨਵੋਲਵ ਰਿਹਾ। ਭਗਵੰਤ ਮਾਨ ਜੀ ਹਰ ਜਗ੍ਹਾ 'ਤੇ ਜਾ ਕੇ ਜਿਹੜੇ ਪਾਰਟੀ ਪ੍ਰਧਾਨ ਨੇਗੇ, ਉਹਨਾਂ ਨੇ ਹਰ ਸਟੇਜ ਦੇ ਉੱਤੇ ਜਾ ਕੇ ਉਹ ਕਿੱਕਲੀ ਸੁਣਾਉਂਦੇ ਰਹੇ ਨੇ, ਵਿਕਰਮਜੀਤ ਮਜੀਠੀਏ ਦੀ ਨਸ਼ੇ ਦੀ ਗੱਲ ਕਰਦੇ ਰਹੇ ਨੇਗੇ, ਠੀਕ ਹੈ ਨਾ। ਸੋ ਉਹ ਚੀਜ਼ ਦੇ ਕਿਵੇਂ ਤੁਸੀਂ ਲੋਕਾਂ ਨੂੰ ਇੱਕਦਮ ਮਤਲਬ ਉਸ ਚੀਜ਼ ਤੋਂ ਪਿੱਛੇ ਹਟ ਸਕਦੇ ਹੋ, ਤੁਸੀਂ ਮਾਫੀ ਮੰਗ ਰਹੇ ਹੋ ਉਹਨਾਂ ਤੋਂ। ਅਸੀਂ ਉਸ ਚੀਜ਼ 'ਤੇ ਰਿਐਕਟ ਕੀਤਾ, ਉਹਨਾਂ ਨੇ ਸਾਡੀ ਉਹ ਗੱਲ ਸੁਣਨ ਦੀ ਬਜਾਏ, ਸਾਡੀ ਗੱਲ ਨੂੰ ਸਮਝਣ ਦੀ ਬਜਾਏ ਉਹਨਾਂ ਨੇ ਸਾਡੇ ਨਾਲ ਉਹ ਨਾਤਾ ਹੀ ਤੋੜ ਲਿਆ, ਠੀਕ ਹੈ ਨਾ। ਸੋ ਉਸ ਸਮੇਂ ਫਿਰ ਸਾਡੇ ਕੋਲੇ ਵੀ ਮਤਲਬ ਕੋਈ ਹੋਰ ਰਾਹ ਨਹੀਂ ਸੀ ਰਹਿ ਜਾਂਦਾ। ਫਿਰ ਅਸੀਂ ਆਪਣੇ ਲੈਵਲ 'ਤੇ ਜੋ, ਕਿਉਂਕਿ ਲੋਕਾਂ ਨੇ ਸਾਨੂੰ ਚੁਣਿਆ, ਸੋ ਅਸੀਂ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ, ਪਰ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਸੀਗੇ। ਸੋ ਮੈਂ ਬਤੌਰ ਵਿਧਾਇਕ ਜਿਹੜੇ ਹੈਗੇ ਪੌਣੇ 5 ਸਾਲ, ਜਿਹੜਾ 5 ਸਾਲ ਇੱਥੇ ਹੁਣ ਹਲਕੇ ਦੇ ਵਿੱਚ ਰਿਹਾ, ਔਰ ਜਦੋਂ ਵੀ ਮੇਰੇ ਹਲਕੇ ਦੇ ਲੋਕਾਂ ਨੂੰ ਜ਼ਰੂਰਤ ਮਹਿਸੂਸ ਹੋਈ ਹੈ ਮੈਨੂੰ ਉਹਨਾਂ ਨੇ ਕਿਤੇ ਬੁਲਾਇਆ ਜਾਂ ਮੇਰੇ ਤੋਂ ਕੋਈ ਉਹਨਾਂ ਨੇ ਉਮੀਦ ਕੀਤੀ ਹੈ, ਮੈਂ ਉਹਦੇ 'ਤੇ ਖਰਾ ਉਤਰਿਆ ਹੈਗਾ। ਸੋ ਉਹਦਾ ਜਿਹੜਾ ਫੈਸਲਾ ਹੁਣ 2022 ਦੇ ਵਿੱਚ ਲੋਕ ਕਰਨਗੇ ਜੀ। ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਸੀ ਖਾਲਸਾ ਜੀ, ਤੇ ਲੋਕਾਂ ਨੇ ਇੱਕ ਗੱਲ ਬੜੀ ਹੈਰਾਨੀਜਨਕ ਗੱਲ ਦੱਸੀ ਕਿ ਪਹਿਲਾਂ ਸਾਡਾ ਜਿਹੜਾ ਹਸਪੀਟਲ ਸੀ ਭਦੌੜ ਦਾ, ਉਹਦੇ ਵਿੱਚ 4-5 ਡਾਕਟਰ ਬੈਠਦੇ ਸੀ। ਕਹਿੰਦੇ ਇਹ ਪਹਿਲੀ ਵਾਰ ਹੋਇਆ ਹੋਣਾ ਹੈ ਕਿ ਕੋਈ ਚੀਜ਼ ਪ੍ਰਮੋਟ ਹੋਣ ਦੀ ਬਜਾਏ ਡਿਮੋਟ ਹੋਈ ਹੋਵੇ। ਉਸ ਹਸਪੀਟਲ ਦੇ ਵਿੱਚ ਅੱਜ ਕੋਈ ਡਾਕਟਰ ਨਹੀਂ ਬਹਿੰਦਾ। ਲੋਕਾਂ ਨੇ ਮਤਲਬ ਇਹ ਖੁੱਲ੍ਹੇ ਤੌਰ 'ਤੇ ਕਿਹਾ ਕਿ ਕੋਈ ਐਸੀ ਉਦਾਹਰਨ ਨਹੀਂ ਹੋਣੀ ਕਿ ਕਿਸੇ ਹਸਪੀਟਲ ਨੂੰ ਉਹਦੇ ਬੈੱਡ ਵਧਾਉਣ ਦੀ ਬਜਾਏ ਘਟਾ ਦਿੱਤੇ ਗਏ ਹੋਣ, ਸਿਹਤ ਸਹੂਲਤਾਂ ਵਧਾਉਣ ਦੀ ਬਜਾਏ ਘਟਾ ਦਿੱਤੀਆਂ ਹੋਣ। ਤੁਹਾਡੇ ਧਿਆਨ 'ਚ ਸੀ ਮਾਮਲਾ ਇਹ? ਅਜਿਹਾ ਕਿਉਂ ਹੈ? ਲੋਕ ਲਾਂਭਾ ਦਿੰਦੇ ਨੇ ਇਸ ਗੱਲ ਦਾ। ਨਹੀਂ, ਮੈਨੂੰ ਨਹੀਂ ਲੱਗਦਾ ਹੈਗਾ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ। ਹਾਂ, ਜਿਹੜੀ ਇਹ ਪਹਿਲਾਂ ਜ਼ਰੂਰ ਸੀਗਾ ਕਿਉਂਕਿ ਉੱਥੇ ਕੋਈ ਡਾਕਟਰ ਨਹੀਂ ਸੀ ਹੈਗਾ, ਉੱਥੇ ਕੋਈ ਮਤਲਬ ਸਹੂਲਤਾਂ ਦੀ ਜਿਹੜੀ ਘਾਟ ਸੀਗੀ। ਪਰ ਜਦੋਂ ਮੇਰੇ ਧਿਆਨ ਦੇ ਵਿੱਚ ਆਇਆ, ਮੈਂ ਲਗਾਤਾਰ ਜਦੋਂ ਦਾ ਮੈਂ ਵਿਧਾਇਕ ਬਣਿਆ, ਮੈਂ ਇਹ ਮਸਲੇ ਨੂੰ ਮੈਂ ਉਠਾਉਂਦਾ ਰਿਹਾ ਵਿਧਾਨ ਸਭਾ ਦੇ ਵਿੱਚ। ਮੈਂ ਜਦੋਂ ਬ੍ਰਹਮ ਮਹਿੰਦਰਾ ਜੀ ਸਿਹਤ ਮੰਤਰੀ ਸੀਗੇ ਉਦੋਂ ਵੀ ਮਸਲਾ ਉਠਾਇਆ। ਉਦੋਂ ਇੱਥੇ ਜਿਹੜੀ ਐਂਬੂਲੈਂਸ ਸੀਗੀ, ਐਂਬੂਲੈਂਸ 'ਤੇ ਡਰਾਈਵਰ ਨਹੀਂ ਸੀ, ਮੈਂ ਡਰਾਈਵਰ ਲੈ ਕੇ ਆਇਆ। ਫਿਰ ਡਾਕਟਰਾਂ ਦੀ ਕਮੀ ਸੀ, ਜਿਹੜੀ ਬਲਵੀਰ ਸਿੱਧੂ ਜੀ ਜਿਹੜੇ ਉਹ ਮੰਤਰੀ ਬਣ ਕੇ ਸੀ ਸਿਹਤ ਮੰਤਰੀ, ਮੈਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਵਿਧਾਨ ਸਭਾ 'ਚ ਮਸਲਾ ਉਠਾ ਕੇ ਅਸੀਂ ਡਾਕਟਰ ਵੀ ਲਿਆਂਦੇ ਹੈਗੇ, ਠੀਕ ਹੈ ਨਾ। ਜਿਹੜੇ ਹੁਣ ਇੱਥੇ CMO ਸੀਗੇ ਆਪਣੇ ਜਸਵੀਰ ਸਿੰਘ ਔਲਖ ਜੀ, ਬਹੁਤ ਅੱਛੇ ਸੀਗੇ, ਪਰ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਹੁਣ ਇੱਥੋਂ ਦੀ ਬਦਲ ਦਿੱਤਾ ਗਿਆ। ਉਹਨਾਂ ਨੇ ਜ਼ਿਲ੍ਹਾ ਬਰਨਾਲੇ ਦਾ ਪੂਰਾ ਹੀ ਜਿਹੜਾ ਹੈਲਥ ਸਿਸਟਮ ਦੇ ਵਿੱਚ ਬਹੁਤ ਸੁਧਾਰ ਲਿਆਂਦਾ ਸੀ, ਦਰੁਸਤ ਕੀਤਾ ਸੀਗਾ।
ਪਰ ਦੇਖੋ ਕਿਤੇ ਨਾ ਕਿਤੇ ਜਦੋਂ ਪੋਲੀਟੀਕਲ ਜਿਹੜੀਆਂ ਹੈਗੀਆਂ ਨਾ ਉਹ ਰੰਜਿਸ਼ਾਂ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਇਹ ਅਫੈਕਟ ਕਦੋਂ ਹੋਇਆ ਕਰਦੀਆਂ ਇਹ ਨੇ। ਤੁਸੀਂ ਜਦੋਂ ਆਮ ਆਦਮੀ ਪਾਰਟੀ ਦੇ ਜਾਂ ਹੁਣ ਕਾਂਗਰਸ ਦੇ ਵਿੱਚ ਨਹੀਂ, ਕਾਂਗਰਸ ਦੇ ਵਿੱਚ ਆਉਣ ਤੋਂ ਬਾਅਦ ਦੀ ਗੱਲ ਕਰਦਾ ਉਸ ਤੋਂ ਬਾਅਦ ਹੈਗਾ। ਵੀ ਸਾਜ਼ਿਸ਼ ਹੋਈ? ਤੇ ਉਸ ਤੋਂ ਬਾਅਦ ਵੀ ਜਿਹੜਾ ਹੈਗਾ ਹੁਣ ਜਿਹੜਾ ਔਲਖ ਸਾਹਿਬ ਨੂੰ ਇੱਥੋਂ ਦੀ ਬਦਲ ਕੇ ਭੇਜ ਦਿੱਤਾ ਗਿਆ ਹੈਗਾ। ਬਹੁਤ ਅੱਛੇ ਡਾਕਟਰ ਸੀ, ਲੋਕ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੇ ਲੋਕ ਉਹ ਮੰਗ ਕਰ ਰਹੇ ਨੇ ਕਿ ਵੀ ਉਹਨਾਂ ਨੂੰ ਦੁਬਾਰਾ ਇੱਥੇ ਸੀਐਮਓ ਲਿਆਂਦਾ ਜਾਵੇ। ਉਹਨਾਂ ਨੇ ਪੂਰੇ ਜ਼ਿਲ੍ਹੇ ਦਾ ਹੈਲਥ ਸਿਸਟਮ ਨੂੰ ਸੁਧਾਰ ਕਰਤਾ ਸੀਗਾ। ਸੋ ਮਤਲਬ ਜਦੋਂ ਇਹੋ ਜਿਹੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਉਹਦਾ ਖਮਿਆਜਾ ਕਿਤੇ ਨਾ ਕਿਤੇ ਸਾਨੂੰ ਮਤਲਬ ਭੁਗਤਣਾ ਪੈਂਦਾ। ਜਿਹੜੀ ਤੁਸੀਂ ਗੱਲ ਕਰਦੇ ਹੋਗੇ, ਅਸੀਂ ਉੱਥੇ ਡਾਕਟਰ ਪੂਰੇ ਕੀਤੇ। ਸਭ ਤੋਂ ਪਹਿਲਾਂ ਮੇਰਾ ਮੁੱਦਾ ਹੀ ਇਹ ਸੀਗਾ। ਹੁਣ ਵੀ ਜਦੋਂ ਮੁੱਖ ਮੰਤਰੀ ਸਾਹਿਬ ਜਿਹੜੇ ਇੱਥੇ ਤਪੇ ਆਏ ਸੀ, ਸਭ ਤੋਂ ਪਹਿਲਾਂ ਮੈਂ ਮਸਲਾ ਹੀ ਇਹ ਰੱਖਿਆ ਸੀ ਉਹਨਾਂ ਦੇ ਅੱਗੇ ਕਿ ਵੀ ਸਾਡਾ ਜਿਹੜਾ ਹਸਪੀਟਲ ਆ ਜਿਹੜਾ ਇਹਨੂੰ ਐਮਰਜੈਂਸੀ ਸੇਵਾ ਜਿਹੜੀ ਇੱਥੇ ਇਹ ਬਹਾਲ ਕੀਤੀ ਜਾਵੇ। ਇੱਥੇ ਜਿਹੜੇ ਗਾਇਨੀ ਦਾ ਕੋਈ ਡਾਕਟਰ ਨਹੀਂ ਹੈਗੀ, ਗਾਇਨੀ ਦੀ ਡਾਕਟਰ ਦਿੱਤੀ ਜਾਵੇ ਸਾਨੂੰ ਵੀ, ਕਿਉਂਕਿ ਲੇਟ ਜਿਹੜੇ ਡਿਲੀਵਰੀ ਕੇਸ ਹੁੰਦੇ ਨੇ ਉਹਦੇ ਲਈ ਬਾਹਰ ਜਾਣਾ ਪੈਂਦਾ ਹੈਗਾ। ਹਲਕਾ ਭਦੌੜ ਆ, ਕੰਸਟੀਚੁਐਂਸੀ ਭਦੌੜ ਵੱਜਦੀ ਹੈ ਤੇ ਭਦੌੜ ਦੇ ਹਸਪੀਟਲ ਵਿੱਚ ਨਹੀਂ ਹੈ। ਸੋ ਕੁਛ ਨਾ ਕੁਛ ਕਮੀਆਂ ਜ਼ਰੂਰ, ਪਰ ਮੈਂ ਆਪਣੇ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਈ ਔਰ ਡਾਕਟਰ ਲਿਆਂਦੇ ਵੀ ਸੀਗੇ। ਫਿਰ ਬਾਅਦ 'ਚ ਉਹਨਾਂ ਨੂੰ ਮਤਲਬ ਪੋਲੀਟੀਕਲ ਰੰਜਿਸ਼ਾਂ ਕਰਕੇ ਕਿਵੇਂ ਉਹਨਾਂ ਨੂੰ ਉੱਥੋਂ ਬਦਲ ਦਿੱਤਾ ਜਾਂਦਾ ਗਾ। ਤੇ ਉਹਦੇ ਲਈ ਫਾਈਟ ਕਰਾਂਗੇ, ਲੜਾਂਗੇ। ਲੋਕਾਂ ਦੇ ਲਈ ਲੜਨ ਵਾਸਤੇ ਆਏ ਆ, ਲੋਕਾਂ ਦੇ ਹੱਕਾਂ ਦੇ ਲਈ, ਤੇ ਲੜਾਂਗੇ, ਇਹਦੇ ਲਈ ਫਾਈਟ ਕਰਾਂਗੇ। ਐਮਐਲਏ ਸਾਹਿਬ, ਕਿਉਂਕਿ ਅਸੀਂ ਜਦੋਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਲੋਕ ਆਪਣੇ ਉਸ ਲੀਡਰ ਨੂੰ ਲਾਂਭਾ ਦੇਣਗੇ ਜਿਹਦੇ ਤੇ ਉਹਨਾਂ ਨੇ ਭਰੋਸਾ ਕਰਕੇ ਭੇਜਿਆ ਹੋਵੇ। ਇੱਕ ਦੋ ਲਾਂਭੇ ਹੋਰ ਵੀ ਆ ਤੁਹਾਡੇ ਸਿਰ ਤੇ। ਲੋਕ ਕਹਿੰਦੇ ਕਿ ਜਦੋਂ ਐਮਐਲਏ ਸਾਹਿਬ ਆਉਂਦੇ ਨੇ ਉਹਨਾਂ ਨਾਲ ਪੁਲਿਸ ਦਾ ਬਹੁਤ ਵੱਡਾ ਕਾਫਲਾ ਹੁੰਦਾ, ਅਸੀਂ ਤਾਂ ਨੇੜੇ ਵੀ ਨਹੀਂ ਲੱਗ ਸਕਦੇ। ਕਹਿੰਦੇ ਪਹਿਲਾਂ ਗੱਲ ਹੋਰ ਸੀ, ਪਹਿਲਾਂ ਆ ਕੇ ਮਿਲਦੇ ਵੀ ਸੀ, ਪਰ ਹੁਣ ਜਦੋਂ ਦੇ ਕਾਂਗਰਸ ਦੇ ਵਿੱਚ ਜਾ ਕੇ ਸ਼ਾਮਲ ਹੋ ਗਏ, ਕਹਿੰਦੇ 20-25 ਪੁਲਿਸ ਵਾਲੇ ਉਹਨਾਂ ਦੇ ਨਾਲ ਹੁੰਦੇ ਆ, ਸਾਨੂੰ ਮਿਲਣਾ ਬਹੁਤ ਔਖਾ ਹੋ ਗਿਆ। ਇਹ ਜਿਹਾ ਕਿਉਂ ਹੈ? ਬਿਲਕੁਲ ਗਲਤ ਹੈਗਾ, ਅਜਿਹਾ ਕੁਝ ਵੀ ਨਹੀਂ ਹੈਗਾ। ਤੁਸੀਂ ਦੇਖੋ 20-25 ਜਿਹੜੇ ਪੁਲਿਸ ਵਾਲੇ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਕਿ ਮੇਰੇ ਨਾਲ ਹੁੰਦੇ ਹੈਗੇ ਆ। ਤੇ ਤੁਸੀਂ ਮੇਰੀਆਂ ਸਾਰੀਆਂ ਜਿੰਨੀਆਂ ਵੀ ਕੋਈ ਐਕਟੀਵਿਟੀਜ਼ ਹੈਗੀਆਂ ਨੇ, ਚਾਹੇ ਫੇਸਬੁੱਕ ਤੇ ਨੇ ਜਾਂ ਮੀਡੀਆ 'ਚ ਨੇ, ਸੋਸ਼ਲ ਮੀਡੀਆ ਤੇ ਨੇ, ਤੁਸੀਂ ਸਾਰੀਆਂ ਦੇਖ ਲਓ। ਕਿਤੇ ਵੀ ਮੇਰੇ ਨਾਲ ਸਿਰਫ 4 ਜਿਹੜੇ ਹੈਗੇ ਗਨਮੈਨ ਹੈਗੇ ਆ। 4 ਚੋਂ ਵੀ ਜਿਹੜੇ ਸ਼ਿਫਟਾਂ ਜਾਂਦੇ ਆ, ਮੇਰੇ ਨਾਲ ਸਿਰਫ 2 ਗਨਮੈਨ ਹੁੰਦੇ ਨੇਗੇ। 2 ਦੇ ਵਿੱਚੋਂ ਵੀ ਕਈ ਵਾਰੀ 1 ਰਹਿ ਜਾਂਦਾ ਹੈਗਾ। ਕੋਈ ਮੈਂ ਲੋਕਲ ਪੁਲਿਸ ਵਾਲਾ ਨਹੀਂ ਲੈਂਦਾ ਨਾਲ। ਕਿਤੇ ਵੀ ਮੈਨੂੰ ਦਿਖਾ ਦਿਓ, ਮੈਨੂੰ ਨਹੀਂ ਪਤਾ ਤੁਸੀਂ ਕਿੱਥੋਂ ਇਹ ਮਤਲਬ ਗੱਲ ਕਹਿ ਰਹੇ ਹੋ, ਪਰ ਮੇਰੇ ਨਾਲ ਸਿਰਫ 1 ਗਨਮੈਨ ਹੁੰਦਾ ਗਾ, ਜਾਂ ਮੈਕਸਿਮਮ 2 ਹੁੰਦੇ ਨੇ, ਕਿ 2 ਤੋਂ ਜ਼ਿਆਦਾ ਕਦੇ ਵੀ ਮੇਰੇ ਨਾਲ ਕੋਈ ਪੁਲਿਸ ਮੁਲਾਜ਼ਮ ਜਿਹੜਾ ਨਹੀਂ ਰਿਹਾ। ਇਸ ਗੱਲ ਦਾ ਤੁਸੀਂ ਮੈਂ ਤੁਹਾਨੂੰ ਸਬੂਤ ਦੇ ਸਕਦਾ। ਤੁਸੀਂ ਸਾਰੀਆਂ ਵੀਡੀਓਜ਼ ਦੇਖੋ, ਫੋਟੋਗ੍ਰਾਫ ਕਿਸੇ ਤੋਂ ਵੀ ਪੁੱਛ ਲਓ, ਮੈਨੂੰ ਤਾਂ ਲੱਗਦਾ ਨਹੀਂਗਾ। ਮੇਰੇ ਸਰਪੰਚ ਬੈਠੇ ਨੇ ਇੱਥੇ, ਮੈਂ ਮੀਟਿੰਗ ਕਰ ਰਿਹਾ ਗਾ, 10-15 ਸਰਪੰਚ ਬੈਠੇ ਨੇ, ਉਹਨਾਂ ਨੂੰ ਕਿਸੇ ਨੂੰ ਪੁੱਛ ਲਓ ਕਿ ਵੀ ਮੇਰੇ ਨਾਲ ਕੋਈ ਇੰਨੀ ਫੋਰਸ ਹੁੰਦੀ ਆ। ਮੈਨੂੰ ਤਾਂ ਨਹੀਂ ਲੱਗਦਾ। ਤੁਸੀਂ ਇਹ ਬਿਲਕੁਲ ਸਾਡੇ ਕੈਮਰੇ ਤੇ ਜੋ ਲੋਕ ਕਹਿੰਦੇ ਨੇ, ਜਿਹੜੇ ਕੈਮਰੇ ਤੇ ਲੋਕ ਸਾਡੇ ਗੱਲ ਕਹਿੰਦੇ ਨੇ। ਇੱਕ ਹੋਰ ਗੱਲ ਕਹਿ ਕੇ ਗਏ ਨੇ, 2 ਦਿਨ ਪਹਿਲਾਂ ਰਾਜਾ ਵੜਿੰਗ ਜੀ ਆਏ, 1-2 ਕਰੋੜ ਦੇ ਆਪਣਾ ਬੱਸ ਸਟੈਂਡ ਦਾ ਉਦਘਾਟਨ ਵੀ ਕੀਤਾ। ਲੋਕ ਕਹਿੰਦੇ ਚੰਗਾ ਹੋਇਆ, ਚਲੋ ਹਲਕੇ ਦੇ ਵਿੱਚ ਪੈਸਾ ਆਇਆ 2 ਕਰੋੜ ਰੁਪਈਆ, ਤਾਂ ਬਹੁਤ ਚੰਗੀ ਗੱਲ ਆ। ਪਰ ਕਹਿੰਦੇ ਚੋਣ ਠੀਕ ਨਹੀਂ ਹੋਈ। ਜਿਹੜੀ ਜਗ੍ਹਾ ਤੇ ਪਹਿਲਾਂ ਹੀ ਬੱਸਾਂ ਬਹੁਤ ਤੰਗ ਨੇ, ਉੱਥੇ ਬਾਜ਼ਾਰ ਵੀ ਹੈ, ਉੱਥੇ ਲੋਕਾਂ ਦੀਆਂ ਗੱਡੀਆਂ ਵੀ ਖੜਦੀਆਂ ਨੇ, ਉੱਥੇ 4 ਤੋਂ 5 ਬੱਸਾਂ ਮਸਾਂ ਖੜਦੀਆਂ। ਉੱਥੇ ਪੈਸਾ ਲਾਉਣ ਦੀ ਬਜਾਏ ਕਹਿੰਦੇ ਜੇਕਰ ਬਾਅਦ ਕੋਈ ਪ੍ਰਪੋਜ਼ਲ ਆਉਂਦੀ, ਕਿਤੇ ਪਾਸੇ ਕੱਢ ਕੇ ਖੁੱਲਾ ਬੱਸ ਸਟੈਂਡ ਬਣ ਜਾਂਦਾ ਤਾਂ ਸੋਹਣੀ ਗੱਲ ਹੋਣੀ ਸੀ। ਕੀ ਐਸਾ ਹੈ? ਨਹੀਂ, ਦੇਖੋ ਇੱਥੇ ਭਦੌੜ ਦੇ ਵਿੱਚ ਜਗ੍ਹਾ ਦੀ ਬਹੁਤ ਪ੍ਰੋਬਲਮ ਹੈਗੀ, ਕਿਉਂਕਿ ਭਦੌੜ ਮਿਊਨਿਸਪੈਲਿਟੀ ਕੋਲੇ ਜਿਹੜੀ ਜਗ੍ਹਾ ਦੀ ਘਾਟ ਹੈਗੀ ਆ। ਨਵੇਂ ਬੱਸ ਸਟੈਂਡ ਦੇ ਲਈ ਤੁਹਾਨੂੰ ਕਾਫੀ ਜਗ੍ਹਾ ਚਾਹੀਦੀ ਹੈਗੀ। ਸੋ ਇਸ ਕਰਕੇ ਦੂਸਰਾ ਰੀਜ਼ਨ ਇਹ ਵੀ ਹੈਗਾ ਕਿਉਂਕਿ ਇਹ ਸ਼ਹਿਰ ਦੇ ਵਿੱਚੋਂ ਵਿੱਚ ਹੈ। ਕਿਤੇ ਨਾ ਕਿਤੇ ਜਿਹੜਾ ਵਪਾਰ ਹੈਗਾ ਉਹਨੂੰ ਵੀ ਇਫੈਕਟ ਕਰਦਾ। ਜਦੋਂ ਬੱਸ ਸਟੈਂਡ ਬਾਹਰ ਚਲਾ ਜਾਂਦਾ, ਉਹਦੇ ਨਾਲ ਵਪਾਰ ਵੀ ਪ੍ਰਭਾਵਿਤ ਹੁੰਦਾ ਹੈਗਾ। ਸੋ ਬੱਸ ਸਟੈਂਡ ਦਾ ਜਿਹੜੀ ਜਗ੍ਹਾ ਜਿਹੜੀ ਇਹ ਮੈਨੂੰ ਲੱਗਦਾ ਠੀਕ ਹੈਗੀ ਆ। ਕੁਝ ਲੋਕਾਂ ਦੀ ਰਾਏ ਹੋ ਸਕਦੀ ਹੈ ਵੀ ਬਾਹਰ ਚਲਾ ਜਾਂਦਾ, ਪਰ ਜੇ ਅਸੀਂ ਵਪਾਰ ਨੂੰ ਦੇਖੀਏ, ਕਿਉਂਕਿ ਜਿਹੜੀ ਇਹ ਮੰਡੀ ਆ, ਭਦੌੜ ਮੰਡੀ ਹੈ ਇੱਕ ਤਰ੍ਹਾਂ ਦੀ, ਸੋ ਉੱਥੇ ਵਪਾਰ ਨੂੰ ਦੇਖੀਏ ਤਾਂ ਮਤਲਬ ਬਿਲਕੁਲ ਸਹੀ ਜਗ੍ਹਾ ਦੇ ਵਿੱਚ ਹੈ ਤੇ ਲੋਕਾਂ ਨੂੰ ਆਣਾ ਜਾਣ ਦੇ ਵਿੱਚ ਦਿੱਕਤ ਨਹੀਂ ਹੋਣੀ ਹੈਗੀ। ਠੀਕ ਹੈ ਨਾ। ਲੋਕ ਕਹਿੰਦੇ ਕਿ ਉੱਥੋਂ ਬੱਸਾਂ ਜਦੋਂ ਤੇਜ਼ੀ ਨਾਲ ਗੁਜ਼ਰਦੀਆਂ, ਇੱਕ ਰੋਡ ਜਿਹੜੀ ਬਾਹਰੋਂ ਆ ਕੇ ਰੋਡ ਤੋਂ ਅੰਦਰ ਨੂੰ ਵੜਦੀ ਆ, ਕਹਿੰਦੇ ਉਹ ਜਿਹੜਾ ਕਾਫੀ ਮਤਲਬ ਪਬਲਿਕ ਦਾ ਏਰੀਆ ਹੈਗਾ, ਆਸੇ ਦੁਕਾਨਾਂ ਹੈਗੀਆਂ ਨੇ, ਲੋਕ ਉਹਦੀ ਵੀ ਇੱਕ ਸਮੱਸਿਆ ਦੱਸਦੇ ਸੀਗੇ। ਤੁਸੀਂ ਠੀਕ ਹੈ ਤੁਹਾਡੀ ਗੱਲ ਕਿ ਤੁਸੀਂ ਵਪਾਰ ਨੂੰ ਸੋਚਿਆ ਜਾਂ ਹੋਰ ਐਂਗਲ ਤੋਂ ਸੋਚਿਆ ਹੋ ਸਕਦਾ, ਪਰ ਲੋਕ ਐਸਾ ਸੋਚਦੇ ਆ ਕਿ ਜੇ ਖੁੱਲੀ ਜਗ੍ਹਾ ਤੇ ਹੋਵੇ ਉੱਥੇ ਗੱਡੀਆਂ ਪਾਰਕ ਹੋ ਸਕਦੀਆਂ ਜਾਂ ਇਸ ਤਰ੍ਹਾਂ ਦੇ ਨਾਲ। ਕੀ ਐਸਾ ਹੋ ਸਕਦਾ ਸੀ ਜੇ ਤੁਸੀਂ ਪ੍ਰਪੋਜ਼ਲ ਰੱਖਦੇ ਕਿ ਜਗ੍ਹਾ ਤਾਂ ਕਿਉਂਕਿ ਸਰਕਾਰ ਕੋਲੇ ਬਹੁਤ ਜਗ੍ਹਾ ਹੁੰਦੀ ਹੈ, ਕਰ ਸਕਦੇ ਸੀ? ਨਹੀਂ, ਦੇਖੋ ਅੰਦਰਲੀ ਜਿਹੜੀ ਜਗ੍ਹਾ ਬੱਸ ਸਟੈਂਡ ਹੈਗਾ ਨਾ, ਉਹ ਸਫੀਸ਼ੀਐਂਟ ਜਗ੍ਹਾ ਹੈਗੀ। ਪਰ ਹਾਂ, ਜਿਹੜੀ ਤੁਸੀਂ ਰਸਤੇ ਦੀ ਗੱਲ ਕਰਦੇ ਉਹਦੇ 'ਚ ਸਾਡੀ ਮਤਲਬ ਕਈ ਵਾਰੀ ਹੁੰਦਾ ਕਿ ਵੀ ਅਸੀਂ ਦੁਕਾਨਾਂ ਤੋਂ ਬਾਹਰ ਸਮਾਨ ਰੱਖ ਲੈਣਾ, ਰੋਡ ਤੱਕ ਜਿਹੜੇ ਸਕੂਟਰ, ਮੋਟਰਸਾਈਕਲ, ਵਹੀਕਲ ਖੜ੍ਹੇ ਰਹਿੰਦੇ ਨੇ, ਉਹਦੇ ਨਾਲ ਤਾਂ ਤੁਸੀਂ ਜਿੰਨਾ ਮਰਜ਼ੀ ਖੁੱਲ੍ਹਾ ਰੋਡ ਹੋਵੇ, ਜਦੋਂ ਅਸੀਂ ਕੋਈ ਸਿਸਟਮ ਦੇ ਨਾਲ ਟ੍ਰੈਫਿਕ ਨੂੰ ਕੰਟਰੋਲ ਨਹੀਂ ਕਰਾਂਗੇ ਜਾਂ ਵਹੀਕਲ ਖੜ੍ਹੇ ਨਹੀਂ ਕਰਾਂਗੇ, ਤਾਂ ਜਿੰਨੀ ਮਰਜ਼ੀ ਖੁੱਲੀ ਸੜਕ ਹੋਵੇ ਜੀ ਤਾਂ ਉਹਨੇ ਬਲੌਕ ਹੋ ਹੀ ਜਾਣਾ ਹੈਗਾ। ਸੋ ਅਸੀਂ ਇਹਨੂੰ ਦਰੁਸਤ ਕਰਾਂਗੇ। ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਊਗਾ ਕਿ ਵੀ ਪਬਲਿਕ ਨੂੰ ਜਾਂ ਬੱਸਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ, ਉਸ ਸੜਕ ਦਾ ਕਿ ਵੀ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ, ਕੋਈ ਦਿੱਕਤ ਨਾ ਆਵੇ। ਐਮਐਲਏ ਸਾਹਿਬ, ਤੁਹਾਡੇ ਇਸ ਵਾਰੀ ਹੁਣ ਆਮ ਆਦਮੀ ਪਾਰਟੀ ਦੇ ਵਿਰੋਧੀ ਨੇ ਜਿਨ੍ਹਾਂ ਨੂੰ ਟਿਕਟ ਮਿਲੀ ਆ, ਲਾਭ ਸਿੰਘ ਉਗੋਕੇ,
ਉਹਨਾਂ ਨੇ ਇੱਕ ਗੱਲ ਬੜੀ ਸ਼ਾਇਦ ਪੁਆਇੰਟ ਆਊਟ ਕੀਤੀ, ਕਹਿੰਦੇ ਪਿਰਮਲ ਸਿੰਘ ਹੋਰਾਂ ਦੀ ਤਾਂ ਰਵਾਇਤੀ ਤੌਰ ਤੇ ਕਾਂਗਰਸ ਦੇ ਵਿੱਚ ਜੁਆਇਨਿੰਗ ਹੀ ਨਹੀਂ ਹੋਈ। ਉਹ ਤਾਂ ਗਏ ਨੇ, ਖਹਿਰਾ ਸਾਹਿਬ ਤੁਸੀਂ ਗਏ ਹੋ, ਕਮਾਲੂ ਸਾਹਿਬ ਗਏ ਨੇ, ਤੁਸੀਂ ਜਦੋਂ ਕੈਪਟਨ ਸਾਹਿਬ ਨੂੰ ਮਿਲਦੇ ਹੋ ਜਾ ਕੇ ਇੱਕ ਫੋਟੋ ਖਿੱਚ ਲਈ ਜਾਂਦੀ ਆ, ਤਾਂ ਕਹਿੰਦੇ ਜੇ ਸਹੀ ਤਰੀਕੇ ਮੰਨੀਏ ਤਾਂ ਤੁਸੀਂ ਕਾਂਗਰਸ ਦੇ ਵੀ ਨਹੀਂ ਹੈਗੇ, ਤੁਸੀਂ ਆਮ ਆਦਮੀ ਪਾਰਟੀ ਦੇ ਵੀ ਨਹੀਂ ਹੈਗੇ। ਦੇਖੋ ਹੁਣ ਉਹ ਮੇਰੇ ਵਿਰੋਧੀ ਨੇਗੇ, ਠੀਕ ਹੈ ਨਾ, ਤੇ ਉਹਨਾਂ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਨੇ, ਠੀਕ ਹੈ। ਜਿਹੜਾ ਰਵਾਇਤੀ ਕੀ ਹੁੰਦਾ, ਰਵਾਇਤੀ ਤੌਰ ਤੇ ਜੁਆਇਨਿੰਗ ਕੀ ਹੁੰਦੀ ਆ, ਜਦੋਂ ਤੁਸੀਂ ਕਿਸੇ ਪਾਰਟੀ ਦੇ ਫੇਵਰ 'ਚ ਗੱਲ ਕਰਦੇ ਹੋ, ਪਾਰਟੀ ਦੇ ਨਾਲ ਲੀਡਰਸ਼ਿਪ ਦੇ ਨਾਲ ਖੜ ਜਾਂਦੇ ਹੋ, ਤਾਂ ਇੱਕ ਤਰ੍ਹਾਂ ਦੀ ਜੁਆਇਨਿੰਗ ਹੁੰਦੀ ਆ ਉਹ। ਜਦੋਂ ਤੁਸੀਂ ਕਿਸੇ ਦੇ ਵਿਰੋਧ 'ਚ ਬੋਲ ਰਹੇ ਹੋ ਤਾਂ ਉਹ ਤੁਹਾਡੀ ਆਪੋਜੀਸ਼ਨ ਹੋ ਜਾਂਦੀ ਆ, ਵਿਰੋਧੀ ਪਾਰਟੀ ਹੋ ਜਾਂਦੀ ਹੈ, ਠੀਕ ਹੈ ਨਾ। ਸੋ ਸਾਡੀ ਬਕਾਇਦਾ ਰਾਹੁਲ ਗਾਂਧੀ ਜੀ ਦੇ ਨਾਲ ਮੀਟਿੰਗ ਹੋ ਕੇ, ਉੱਪਰ ਸੋਨੀਆ ਗਾਂਧੀ ਜੀ ਨਾਲ ਮੀਟਿੰਗ ਹੋ ਕੇ, ਸੁਰਜੇਵਾਲ ਜੀ ਸੀਗੇ, ਹਰੀਸ਼ ਰਾਵਤ ਜੀ ਸੀਗੇ ਉਸ ਸਮੇਂ ਦੇ ਜਿਹੜੇ ਇੰਚਾਰਜ ਸੀ ਪੰਜਾਬ ਦੇ, ਠੀਕ ਹੈ ਨਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ ਉਸ ਸਮੇਂ, ਤਾਂ ਉਹਨਾਂ ਦੇ ਨਾਲ ਹੀ ਜਿਹੜੀ ਗੱਲਬਾਤ ਹੋਣੀ ਸੀ, ਠੀਕ ਹੈ ਨਾ। ਸੋ ਬਕਾਇਦਾ ਉਸ ਸਮੇਂ ਪ੍ਰਧਾਨ ਸੀ ਜਿਹੜੇ ਸੁਨੀਲ ਜਾਖੜ ਜੀ ਸੀਗੇ, ਉਹਨਾਂ ਦੇ ਨਾਲ ਗੱਲਬਾਤ ਹੋ ਕੇ ਸਾਰੇ ਇੱਕ ਮਤਲਬ ਉੱਪਰ ਸਿਸਟੇਮੈਟਿਕਲ ਤਰੀਕੇ ਦੇ ਨਾਲ ਸਾਰੀਆਂ ਮੀਟਿੰਗਸ ਵਗੈਰਾ ਹੋ ਕੇ, ਗੱਲਬਾਤ ਹੋ ਕੇ ਫਿਰ ਜਿਹੜਾ ਅਸੀਂ ਪਾਰਟੀ ਦੇ ਉਧਰ ਨਾਲ ਖੜੇ ਹੈਗੇ ਆ। ਕੋਈ ਇਸ ਤਰ੍ਹਾਂ ਨਹੀਂ ਹੈਗਾ ਕੋਈ ਵੀ ਉਹੀ ਜਾ ਕੇ ਖੜ ਗਿਆ, ਸਾਰੀ ਗੱਲ ਹੋਈ ਆ ਇੱਕ ਮਤਲਬ ਸਾਰੀ ਬੈਠ ਕੇ ਗੱਲਬਾਤ ਕਰਕੇ ਰਣਨੀਤੀ ਤੈਅ ਕਰਕੇ ਫਿਰ ਅਸੀਂ ਕਾਂਗਰਸ ਜਿਹੜੀ ਉਹ ਜੁਆਇਨ। ਐਮਐਲਏ ਸਾਹਿਬ ਅਗਲੀ ਟਿਕਟ ਦੀ ਗੱਲ ਵੀ ਹੋ ਗਈ ਹੈ ਕਿ ਟਿਕਟ ਮਿਲੇਗੀ ਤੁਹਾਨੂੰ, ਜਾਂ ਫਿਰ ਜੇ ਟਿਕਟ ਨਹੀਂ ਮਿਲਦੀ ਤਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਨਿਰਾਸ਼ ਹੋਣਾ ਪਏਗਾ, ਨਿਰਾਸ਼ ਹੋ ਕੇ ਕੋਈ ਅਗਲਾ ਫੈਸਲਾ ਲਓਗੇ? ਦੇਖੋ ਰਾਜਨੀਤੀ ਦੇ ਵਿੱਚ ਮੈਂ ਜਿੱਥੋਂ ਤੱਕ ਮੈਂ ਆਪਣੀ ਗੱਲ ਕਰਾਂ ਤੇ ਮੈਂ ਕੋਈ ਇੱਥੇ ਰਾਜਨੀਤੀ ਦੇ ਵਿੱਚ ਕੋਈ ਆਪਣੇ ਕੈਰੀਅਰ ਬਣਾਉਣ ਵਾਸਤੇ ਨਹੀਂ ਆਇਆ ਹੈਗਾ, ਕਿਉਂਕਿ ਮੈਂ ਤਾਂ ਆਲਰੇਡੀ ਪਹਿਲਾਂ ਗਵਰਨਮੈਂਟ ਜੌਬ ਤੇ ਸੀਗਾ ਤੇ ਜੌਬ ਦੇ ਵਿੱਚੋਂ ਵੀ ਮੈਂ ਆਪਣੇ ਜਿਹੜੇ ਸਾਥੀਆਂ ਦੇ ਲਈ ਸੰਘਰਸ਼ ਕਰ ਰਹੇ ਸੀ, ਉਹਨਾਂ ਨੇ ਮੈਨੂੰ ਉਸ ਸਮੇਂ ਦੀ ਅਕਾਲੀ ਗਵਰਨਮੈਂਟ ਨੇ ਮੈਨੂੰ ਟਰਮੀਨੇਟ ਕਰਤਾ ਸੀ। ਮੇਰੇ ਕੋਲੇ ਆਪਸ਼ਨ ਸੀ ਕਿ ਵੀ ਮੈਂ ਦੁਬਾਰਾ ਵੀ ਨੌਕਰੀ ਜੁਆਇਨ ਕਰ ਸਕਦਾ ਸੀ, ਪਰ ਨਹੀਂ, ਮੈਂ ਮੰਨਦਾ ਕਿ ਵੀ ਮੇਰੀ ਜਿਹੜੀ ਡਿਊਟੀ ਜਿਹੜੀ ਲੱਗੀ ਆ ਉਸ ਸਮੇਂ ਮੈਂ ਪ੍ਰੈਜ਼ੀਡੈਂਟ ਸੀ, ਸਟੇਟ ਪ੍ਰੈਜ਼ੀਡੈਂਟ ਯੂਨੀਅਨ ਦਾ। ਸੋ ਮੈਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਿਆ, ਮੈਂ ਉਹਨਾਂ ਦੇ ਲਈ ਫਾਈਟ ਕੀਤੀ ਤੇ ਲੜਦੇ ਲੜਦੇ ਮੇਰੇ ਅੱਗੇ ਆਪਸ਼ਨ ਆਈ ਆਮ ਆਦਮੀ ਪਾਰਟੀ ਵੱਲੋਂ। ਉਹਨਾਂ ਨੇ ਆਪਸ਼ਨ ਰੱਖੀ ਕਿ ਅਸੀਂ ਤੁਹਾਨੂੰ ਇਲੈਕਸ਼ਨ ਲੜਾਉਣੀ ਆ, ਠੀਕ ਹੈ ਨਾ। ਸੋ ਮੈਂ ਵੀ ਇਹ ਗੱਲ ਮਹਿਸੂਸ ਕਰਦਾ ਕਿ ਰਾਜਨੀਤੀ ਦੇ ਵਿੱਚ ਆਏ ਬਿਨਾਂ ਤੁਸੀਂ ਆਪਣੇ ਲੋਕਾਂ ਦੇ ਲਈ ਜਿਹੜੀ ਉਹ ਮਤਲਬ ਉਹਨਾਂ ਵਧੀਆ ਨਹੀਂ ਕਰ ਸਕਦੇ ਜਿੰਨਾ ਤੁਸੀਂ ਰਾਜਨੀਤੀ ਦੇ ਵਿੱਚ ਆ ਕੇ ਜਿੱਥੋਂ ਮਤਲਬ ਤੁਸੀਂ ਕਾਨੂੰਨ ਬਣਾਉਣੇ ਨੇ, ਕਾਨੂੰਨਾਂ ਦੇ ਵਿੱਚ ਤੁਸੀਂ ਸੋਧ ਕਰਨੀ ਆ ਜਾਂ ਨਵੇਂ ਕਾਨੂੰਨ ਬਣਾਉਣੇ ਨੇ ਲੋਕਾਂ ਦੇ, ਉਹਦੇ ਵਿੱਚ ਤੁਹਾਡੀ ਹਿੱਸੇਦਾਰੀ ਨਹੀਂ ਪੈਂਦੀ, ਉਨੀ ਦੇਰ ਤੁਸੀਂ ਲੋਕਾਂ ਦੇ ਲਈ ਜਿਹੜੀਆਂ ਪਾਲਿਸੀਆਂ ਨਹੀਂ ਬਣਾ ਸਕਦੇ, ਜਿਹੜੀਆਂ ਪਾਲਿਸੀਆਂ ਦੇ ਨਾਲ ਰੁਜ਼ਗਾਰ ਪੈਦਾ ਹੋਣੇ ਨੇ ਜਾਂ ਰੁਜ਼ਗਾਰ ਰੈਗੂਲਰ ਹੋਣੇ ਨੇ ਜਾਂ ਮਤਲਬ ਕਾਨੂੰਨੀ ਵਿਵਸਥਾ ਦੇ ਵਿੱਚ ਸੁਧਾਰ ਨਹੀਂ ਲਿਆ ਸਕਦੇ ਜਾਂ ਜਿਹੜੀ ਡਿਵੈਲਪਮੈਂਟ ਹੋਣੀ ਆ ਉਹਦੇ ਵਿੱਚ ਨਹੀਂ ਤੁਸੀਂ ਆਪਣਾ ਯੋਗਦਾਨ ਪਾ ਸਕਦੇ। ਤੁਸੀਂ ਬਾਹਰ ਬੈਠ ਕੇ ਰੌਲਾ ਤਾਂ ਪਾ ਸਕਦੇ ਹੋ ਪਰ ਉਹਦੇ 'ਚ ਆਪਣੀ ਸਿੱਧੀ ਇਨਵੋਲਵਮੈਂਟ ਨਹੀਂ ਤੁਹਾਡੀ ਹੋ ਸਕਦੀ, ਠੀਕ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਰਾਜਨੀਤੀ ਦੇ ਵਿੱਚ ਜਿਹੜਾ ਇਹ ਆਉਣਾ ਜ਼ਰੂਰੀ ਸੀਗਾ। ਸੋ ਠੀਕ ਆ, ਆਮ ਆਦਮੀ ਪਾਰਟੀ ਨੇ ਜੋ ਗੱਲਾਂ ਕਹੀਆਂ ਸੀ ਉਹਦੇ 'ਤੇ ਪੂਰੀ ਨਹੀਂ ਉਤਰੀ, ਮਤਲਬ ਜਿਨ੍ਹਾਂ ਨੂੰ ਉਹ ਦੋਸ਼ੀ ਠਹਿਰਾਉਂਦੇ ਰਹੇ ਉਹਨਾਂ ਤੋਂ ਹੀ ਉਹਨਾਂ ਨੇ ਮਾਫੀਆਂ ਮੰਗੀਆਂ, ਠੀਕ ਹੈ ਨਾ। ਤੇ ਮਾਫੀਆਂ ਵੀ ਇਸ ਤਰ੍ਹਾਂ ਦੀਆਂ ਮੰਗੀਆਂ, ਇਕੱਲੀ ਮਾਫੀ ਤੱਕ ਸੀਮਤ ਹੁੰਦੀ ਗੱਲ ਤਾਂ ਠੀਕ ਸੀ, ਉਹਨਾਂ ਨੇ ਸੌਦੇਬਾਜ਼ੀਆਂ ਕੀਤੀਆਂ ਉਹਨਾਂ ਨੇ। ਤੁਸੀਂ ਦੇਖੋ ਕਿ ਵੀ ਹੁਣ ਅੱਜ ਬਾਦਲ ਦੀਆਂ ਜਿਹੜੀਆਂ ਬੱਸਾਂ ਨੇਗੀਆਂ ਉਹ ਤਾਂ ਉੱਥੇ ਜਾ ਰਹੀਆਂ ਨੇਗੀਆਂ ਦਿੱਲੀ ਏਅਰਪੋਰਟ ਦੇ ਉੱਤੇ, ਪਰ ਪੀਆਰਟੀਸੀ ਦੀਆਂ ਬੱਸਾਂ ਨੇ ਜਿਹੜੀਆਂ ਉੱਥੇ ਜਾ ਨਹੀਂ ਰਹੀਆਂ। ਇਹ ਸੌਦੇਬਾਜ਼ੀ ਸੀ, ਇਹ ਸੌਦੇਬਾਜ਼ੀ ਹੋਈ ਸੀ ਕਿ ਵੀ ਤੁਸੀਂ ਸਾਡੀਆਂ ਬੱਸਾਂ ਨੂੰ ਉੱਥੇ ਕੋਈ ਰੋਕ ਟੋਕ ਨਾ ਹੋਵੇ, ਦਿੱਲੀ ਗਵਰਨਮੈਂਟ ਦੇ ਹੱਥ ਵਿੱਚ ਸੀਗਾ। ਔਰ ਦੂਸਰਾ ਸੀ ਮੇਨ ਟਾਰਗੇਟ ਸੁਖਪਾਲ ਸਿੰਘ ਖਹਿਰਾ, ਕਿਉਂਕਿ ਸੁਖਪਾਲ ਸਿੰਘ ਖਹਿਰਾ ਹੀ ਜਿਹੜਾ ਅਕਾਲੀਆਂ ਦੇ ਵਿਰੋਧ 'ਚ ਬੋਲਦਾ ਸੀ, ਮਜੀਠੀਏ ਦੇ, ਸੁਖਬੀਰ ਦੇ। ਸੋ ਉਹਨੂੰ ਲਾਂਭੇ ਕਰਨ ਦਾ ਇੱਕ ਬਹੁਤ ਵੱਡੀ ਸਾਜ਼ਿਸ਼ ਸੀਗੀ ਇਹ, ਠੀਕ ਹੈ ਨਾ। ਉਹਨਾਂ ਦਾ ਸਮਝੌਤਾ ਹੋਇਆ ਸੀ, ਸੋ ਅਸੀਂ ਉਸ ਸਮਝੌਤੇ ਦੇ ਖਿਲਾਫ ਆਵਾਜ਼ ਉਠਾਈ। ਸੋ ਰਾਜਨੀਤੀ ਦੇ ਵਿੱਚ ਆਉਣਾ ਜਿਹੜਾ ਇਸ ਕਰਕੇ ਜ਼ਰੂਰੀ ਬਣ ਜਾਂਦਾ। ਸੋ ਜੇ ਹੁਣ ਕਾਂਗਰਸ ਪਾਰਟੀ ਨੇ ਸਾਡੇ ਨਾਲ ਜਿਹੜਾ ਇਹ ਵਾਅਦਾ ਕੀਤਾ ਗਾ ਕਿ ਵੀ ਅਸੀਂ ਤੁਹਾਨੂੰ ਜਿਹੜਾ ਇਲੈਕਸ਼ਨ ਲੜਾਵਾਂਗੇ, ਠੀਕ ਹੈ ਨਾ, ਸੋ ਅਸੀਂ ਇਲੈਕਸ਼ਨ ਲੜਾਂਗੇ। ਸੋ ਪਾਰਟੀ ਜਿੱਥੋਂ ਵੀ ਕੋਈ ਜ਼ਿੰਮੇਵਾਰੀ ਲਾਊਗੀ ਤੇ ਅਸੀਂ ਮਤਲਬ ਪਾਰਟੀ ਨੂੰ ਵੀ ਇਹ ਵਿਸ਼ਵਾਸ ਦਿਵਾਇਆ ਹੈਗਾ ਕਿ ਵੀ ਪਾਰਟੀ ਸਾਡੇ ਤੇ ਭਰੋਸਾ ਜਤਾਉਂਦੀ ਆ, ਤਾਂ 2022 ਦੇ ਵਿੱਚ ਅਸੀਂ ਜਿੱਥੋਂ ਵੀ ਕੋਈ ਪਾਰਟੀ ਜ਼ਿੰਮੇਵਾਰੀ ਲਾਊਗੀ ਤਾਂ ਉਹ ਅਸੀਂ ਸੀਟ ਜਿੱਤ ਕੇ ਪਾਰਟੀ ਭਵਿੱਖ ਦੀ ਸੰਭਾਵਨਾ ਤੇ ਗੱਲ ਕਰੀਏ ਤਾਂ ਕਿਉਂਕਿ ਮਾਨਸਾ ਦੇ ਵਿੱਚ ਦੇਖੋ ਜਗਦੇਵ ਸਿੰਘ ਕਮਾਲੂ ਹੋਰੀ ਤੁਹਾਡੇ ਨਾਲ ਗਏ, ਖਹਿਰਾ ਸਾਹਿਬ ਤੁਹਾਡੇ ਨਾਲ ਗਏ, ਤੁਸੀਂ ਸੀ, ਤਿੰਨੋਂ ਜਣੇ ਸੀ। ਭਵਿੱਖ ਦੇ ਵਿੱਚ ਜੇਕਰ ਅਜਿਹਾ ਹੋ ਜਾਂਦਾ ਹੈ, ਕੋਈ ਸਰਕਮਸਟੈਂਸਸ ਚੇਂਜ ਹੋ ਜਾਂਦੇ ਆ, ਉਹਨਾਂ ਨੂੰ ਲੱਗਦਾ ਹੈ ਕਿ ਸਰਵੇ ਕਰਵਾਉਂਦੇ ਨੇ ਜਾਂ ਜੋ ਵੀ ਕੋਈ ਗੱਲ ਹੋ ਸਕਦੀ ਹੈ ਕਿ ਪਿਰਮਲ ਸਿੰਘ ਖਾਲਸਾ ਸੀਟ ਨਹੀਂ ਕੱਢ ਰਹੇ, ਤੁਹਾਡੀ ਟਿਕਟ ਕੱਟ ਦਿੱਤੀ ਜਾਂਦੀ ਆ, ਫਿਰ ਤੁਸੀਂ ਪਾਰਟੀ ਦੇ ਵਿੱਚ ਹੀ ਰਹੋਗੇ ਜਾਂ ਫਿਰ ਕੋਈ ਦੂਜੀ ਆਪਸ਼ਨ ਚੁਣੋਗੇ? ਕਿਉਂਕਿ ਇਹ ਬਹੁਤ ਲਾਜ਼ਮੀ ਚੀਜ਼ਾਂ ਹੋ ਜਾਂਦੀਆਂ ਨੇ, ਕਿਉਂਕਿ ਅੱਜ ਤੁਸੀਂ ਲੋਕਾਂ ਦੇ ਨਾਲ ਵਾਅਦਾ ਕਰੋਗੇ, ਕੱਲ ਨੂੰ ਲੋਕ ਤੁਹਾਡੇ ਤੇ ਭਰੋਸਾ ਕਰਨਗੇ, ਫਿਰ ਇੱਕ ਵਾਰ ਅਜਿਹਾ ਹੋਊਗਾ, ਫਿਰ ਤੁਹਾਡਾ ਫੈਸਲਾ ਕਿਸ ਤਰ੍ਹਾਂ ਦਾ ਹੋ ਸਕਦਾ? ਦੇਖੋ ਪਹਿਲੀ ਜਾਂ ਗੱਲ ਕਿਸ ਤਰ੍ਹਾਂ ਦਾ ਲੈਣਾ ਪੈ ਸਕਦਾ? ਪਹਿਲੀ ਗੱਲ ਤਾਂ ਅਜਿਹਾ ਨਹੀਂ ਹੋਏਗਾ। ਪਾਰਟੀ ਨੂੰ ਮੇਰੇ ਤੇ ਭਰੋਸਾ, ਮੈਨੂੰ ਪਾਰਟੀ ਤੇ ਭਰੋਸਾ ਕਿ ਵੀ ਉਹ ਜੋ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ, ਗੱਲ ਕਹੀ ਆ, ਉਹਦੇ ਤੇ ਖਰੇ ਉਤਰਨਗੇ। ਸੋ ਦੂਸਰੀ ਗੱਲ ਜਿਹੜਾ ਹੈਗਾ, ਮੈਂ ਪਹਿਲਾਂ ਵੀ ਕਿਹਾ ਕਿ ਵੀ ਰਾਜਨੀਤੀ ਕਿਉਂਕਿ ਤੁਹਾਡੇ ਇੱਥੇ ਦਾਅਵੇਦਾਰ ਕਾਫੀ ਨੇ,
ਭਦੌੜ ਦੇ ਵਿੱਚ ਕਾਫੀ ਲੋਕ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਆ। ਦੇਖੋ, ਦਾਅਵੇਦਾਰੀ ਜਿਹੜੀ ਪੇਸ਼ ਕਰਨਾ ਹਰੇਕ ਦਾ ਰਾਈਟ ਹੈਗਾ, ਹੱਕ ਹੈਗਾ, ਲੋਕਤੰਤਰ ਹੈਗਾ, ਹਰ ਕੋਈ ਆਪਦੀ ਦਾਅਵੇਦਾਰੀ ਜਤਾ ਸਕਦਾ। ਪਰ ਮੈਂ ਜਿਹੜਾ ਹੈਗਾ, ਮੈਂ ਲੋਕਾਂ ਲਈ ਲੜ ਰਿਹਾ ਹੈਗਾ, ਲੋਕਾਂ ਲਈ ਲੜਦੇ ਰਹਿਣਾ। ਜਦੋਂ ਮੈਂ ਰਾਜਨੀਤੀ ਵਿੱਚ ਨਹੀਂ ਸੀ ਉਦੋਂ ਵੀ ਲੋਕਾਂ ਲਈ ਲੜਿਆ ਸੀ, ਜੇ ਅੱਜ ਮੈਂ ਰਾਜਨੀਤੀ ਦੇ ਵਿੱਚ ਹਾਂ ਤਾਂ ਅੱਜ ਵੀ ਲੋਕਾਂ ਲਈ ਲੜ ਰਿਹਾ। ਤੇ ਜੇ ਕੱਲ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਫੈਸਲਾ ਲੈਣਾ ਪੈਂਦਾ ਫਿਰ ਵੀ ਲੋਕਾਂ ਲਈ ਲਊਂਗਾ ਮੈਂ, ਕੋਈ ਆਪਣੇ ਲਈ ਮੇਰਾ ਕੋਈ ਨਿੱਜੀ ਫੈਸਲਾ ਨਹੀਂ ਹੋਊਗਾ। ਲੋਕਾਂ ਲਈ ਜੋ ਫੈਸਲਾ ਲੈਣਾ ਪਿਆ ਮੈਂ ਉਹਦੇ ਤੇ ਫਿਰ ਵਿਚਾਰ ਕਰੂੰਗਾ ਜੀ। ਇੱਕ ਤੁਸੀਂ ਜਦੋਂ ਜੁਆਇਨਿੰਗ ਹੋਈ ਹੈ ਤੁਹਾਡੀ, ਇੱਕ ਬੜੀ ਤੁਸੀਂ ਅੰਡਰਲਾਈਨ ਕਰਕੇ ਗੱਲ ਕਹੀ ਸੀ, ਉਹ ਇਹ ਸੀ ਕਿ ਜੇਕਰ ਤੁਹਾਡੇ ਕੋਲੇ ਪਾਵਰ ਹੋਊਗੀ ਤੁਸੀਂ ਆਪਣੇ ਸਾਥੀਆਂ ਦਾ ਕੰਮ ਕਰਵਾ ਸਕਦੇ ਹੋ। ਜਾਣੀ ਜਿਸ ਯੂਨੀਅਨ ਦੇ ਤੁਸੀਂ ਪ੍ਰਧਾਨ ਰਹੇ, ਤੁਹਾਨੂੰ ਲੱਗਦਾ ਸੀ ਕਿ ਕਾਂਗਰਸ ਦੇ ਵਿੱਚ ਆ ਕੇ ਉਹਨਾਂ ਦਾ ਕੋਈ ਮਸਲਾ ਹੱਲ ਹੋ ਸਕਦਾ। ਖਾਲਸਾ ਜੀ, ਹੋਇਆ ਕੁਛ ਉਹਦਾ ਮਸਲਾ ਹੱਲ? ਕੋਈ ਲੱਗੀ ਆ ਗੱਲ ਨੇੜੇ, ਜਾਂ ਫਿਰ ਕਿਉਂਕਿ ਕੋਡ ਆਫ ਕੰਡਕਟ ਵੀ ਲੱਗਣ ਵਾਲਾ, ਉਹ ਵੀ ਥੋੜਾ ਜਿਹਾ? ਦੇਖੋ, ਉਹਦੇ 'ਚ ਇਹ ਹੈਗਾ ਕਿ ਵੀ ਹੁਣ ਤੱਕ ਮੈਂ 8300 ਜਿਹੜੇ ਸੀਗੇ ਨੌਜਵਾਨ ਉਹਨਾਂ ਨੂੰ ਰੁਜ਼ਗਾਰ ਦਿਵਾ ਚੁੱਕੇ ਹੈਗੇ, ਜਿਹੜੇ ਮੇਰੇ ਲਾਈਨਮੈਨ ਸਾਥੀ ਸੀਗੇ। ਹੁਣ ਜਿਹੜਾ ਸੀਗਾ ਇੱਕ ਓਵਰੇਜ ਸਾਥੀਆਂ ਦਾ ਮਸਲਾ ਸੀਗਾ, ਉਹਦੇ 'ਚ ਇੱਕ ਕਾਨੂੰਨੀ ਅੜਚਨ ਜਿਹੜੀ ਆਈ ਹੋਈ ਹੈਗੀ ਆ, ਉਹਦੇ 'ਚ ਸਾਡੇ 'ਚੋਂ ਹੀ ਯੂਨੀਅਨ ਦੇ ਵਿੱਚੋਂ ਹੀ ਕੁਝ ਲੜਕਿਆਂ ਨੇ ਜਿਹੜਾ ਉਹਦੇ 'ਤੇ ਕੇਸ ਲਗਾ ਦਿੱਤਾ ਸੀ। ਉਹ ਕੇਸ ਕਰਕੇ ਜਿਹੜਾ ਉਹ ਮਸਲਾ ਜਿਹੜਾ ਉਹ ਲਟਕਿਆ ਹੋਇਆ ਹੈਗਾ। ਅਦਰਵਾਈਜ਼ ਗੌਰਮੈਂਟ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕੋਈ ਉਹ ਨਹੀਂ ਹੈਗੀ। ਗੌਰਮੈਂਟ ਨੇ ਪੂਰਾ ਜਿਹੜਾ ਉਹਦੇ 'ਚ ਸਾਥ ਦਿੱਤਾ ਮੇਰਾ, ਜੋ ਵੀ ਉਹਨਾਂ ਨੇ ਆਪਣੇ ਵੱਲੋਂ ਸੀਗਾ ਪ੍ਰੋਸੀਜਰ ਉਹਨੂੰ ਯਾਨੀ ਜਿਸ ਚੀਜ਼ ਕਰਕੇ ਆਏ ਸੀ ਉਹ ਤੁਸੀਂ ਮਸਲਾ ਹੱਲ ਕਰਵਾ ਸਕੇ? ਜੀ ਜੀ, ਬਿਲਕੁਲ ਬਿਲਕੁਲ। ਆਖਰੀ ਸਵਾਲ ਹੈ ਐਮਐਲਏ ਸਾਹਿਬ, ਕਿ ਤੁਹਾਨੂੰ ਉਮੀਦਵਾਰ ਐਲਾਨ ਦਿੱਤਾ ਜਾਂਦਾ, ਤੁਸੀਂ ਜਿੱਤ ਜਾਂਦੇ ਹੋ, ਕੀ ਕਰੋਗੇ ਹੁਣ ਭਦੌੜ ਦੇ ਵਾਸਤੇ ਅੱਗੇ? ਦੇਖੋ, ਕਰਨ ਲਈ ਤਾਂ ਬਹੁਤ ਕੁਝ ਹੈਗਾ, ਕਿਉਂਕਿ ਮੈਨੂੰ ਬਹੁਤ ਥੋੜਾ ਟਾਈਮ ਮਿਲਿਆ ਹੈਗਾ। ਮੈਂ ਜਸਟ 3 ਮਹੀਨੇ ਪਹਿਲਾਂ ਹੀ ਮੈਂ ਕਾਂਗਰਸ ਦੇ ਵਿੱਚ ਜੁਆਇਨ ਕੀਤਾ ਹੈਗਾ। ਸੋ ਉਸ ਤੋਂ ਇਲਾਵਾ ਜਿਹੜਾ ਹੈਗਾ ਕਿ ਉੱਪਰ ਕਾਂਗਰਸ ਦੇ ਵਿੱਚ ਵੀ ਕਾਫੀ ਉਥਲ ਫੁਥਲ ਹੋਇਆ ਇੱਕਦਮ, ਮਤਲਬ 2-3 ਮਹੀਨੇ ਦਾ ਕੰਮ ਬਿਲਕੁਲ ਖੜ ਹੀ ਗਿਆ ਸੀ, ਰੁਕ ਗਿਆ ਸੀਗਾ। ਸੋ ਟਾਈਮ ਬਹੁਤ ਥੋੜਾ ਮਿਲਿਆ, ਪਰ ਜਿੰਨਾ ਮਿਲਿਆ ਉਹਦੇ ਵਿੱਚ ਹਲਕੇ ਲਈ ਬਹੁਤ ਕੁਝ ਕਰ ਸਕਿਆ। ਜਿਸ ਤਰ੍ਹਾਂ ਐਜੂਕੇਸ਼ਨ ਨੂੰ ਜਿਹੜਾ ਇੱਥੇ ਟੈਕਨੀਕਲ ਐਜੂਕੇਸ਼ਨ ਦੇ ਲਈ, ਕਿਉਂਕਿ ਪੇਂਡੂ ਖੇਤਰ ਹੈਗਾ, ਦਿਹਾਤੀ ਖੇਤਰ ਹੈਗਾ, ਸੈਨ ਦੇ ਲਈ ITI ਜਿਹੜੀ ਉਹ ਪਾਸ ਕਰਵਾਈ ਆ, ਉਹਦਾ ਪ੍ਰੋਸੀਜਰ ਚੱਲ ਰਿਹਾ ਹੈਗਾ, ਠੀਕ ਹੈ ਨਾ। ਹੈਲਥ ਦੇ ਲਈ ਜਿਸ ਤਰ੍ਹਾਂ ਮੈਂ ਕਿਹਾ ਡਾਕਟਰਸ ਦੀ ਜਿਹੜੀ ਉਹ ਕਰਵਾਈ ਸੀ ਤੇ ਉਹਦੇ ਲਈ ਕਰ ਰਿਹਾ ਹੈਗਾ। ਸੋ ਕਾਫੀ ਸਮੱਸਿਆਵਾਂ ਸੀ, ਜਿਸ ਤਰ੍ਹਾਂ ਬਰਸਾਤੀ ਪਾਣੀ ਦੇ ਵਿੱਚ ਇੱਥੇ ਬਹੁਤ ਫਲੱਡ ਆ ਜਾਂਦਾ ਸੀਗਾ। ਕੁਛ ਨਵੇਂ ਪੁਲ ਬਣਨ ਵਾਲੇ ਸੀ, ਜਿਸ ਤਰ੍ਹਾਂ ਜਗਜੀਤਪੁਰਾ ਉੱਗੋ ਕੇ, ਸੋ ਉਹ ਵੀ ਪਾਸ ਕਰਵਾ ਕੇ ਉਹਨਾਂ ਦਾ ਕੰਮ ਚੱਲ ਰਿਹਾ ਹੈਗਾ। ਸੋ ਕਾਫੀ ਸੜਕਾਂ ਦਾ ਮਸਲਾ ਸੀ। ਨਵੀਆਂ ਸੜਕਾਂ ਨੇ ਜਿਹੜੀਆਂ 30-30, 40-40, 50-50 ਸਾਲ ਤੋਂ ਸੜਕਾਂ ਹੀ ਨਹੀਂ ਸੀ ਬਣੀਆਂ, ਕੱਚੇ ਰਸਤੇ ਪਏ ਸੀ ਜਿਹੜੇ ਪਿੰਡਾਂ ਨੂੰ ਆਪਸ 'ਚ ਜੋੜਦੇ ਸੀ। ਉਹ ਵੀ ਮੈਂ ਸਰਕਾਰ ਦੇ ਨਾਲ ਗੱਲਬਾਤ ਕਰਕੇ ਉਹਦੇ ਲਈ 8 ਕਰੋੜ ਰੁਪਈਆ ਅਸੀਂ ਮਨਜ਼ੂਰ ਕਰਵਾਇਆ, ਤੇ ਉਹ ਸੜਕਾਂ ਦਾ ਜਿਹੜਾ ਪ੍ਰੋਸੀਜਰ ਆ ਜਿਹੜਾ ਉਹ ਚੱਲ ਰਿਹਾ ਹੈਗਾ। ਸੋ ਆਪਣੇ ਵੱਲੋਂ ਹਰ ਐਫਰਟਸ, ਹਰ ਕੋਸ਼ਿਸ਼ ਜਿਹੜੀ ਕੀਤੀ ਆ ਕਿ ਕਰ ਸਕੀਏ, ਪਰ ਟਾਈਮ ਬਹੁਤ ਥੋੜਾ ਸੀਗਾ। ਸੋ ਜੇਕਰ ਜਿਸ ਤਰ੍ਹਾਂ ਹੁਣ ਇਹ ਕਲੀਅਰ ਹੈਗਾ ਕਿ ਵੀ ਅਗਲੀ ਸਰਕਾਰ ਆ ਜਿਹੜੀ ਉਹ ਕਾਂਗਰਸ ਦੀ ਬਣਨ ਜਾ ਰਹੀ ਆ। ਸੋ ਜੇ ਕਾਂਗਰਸ ਦੇ ਵਿੱਚ ਅਗਲੇ 5 ਸਾਲ ਮਿਲ ਜਾਂਦੇ ਆ ਤਾਂ ਹਲਕੇ ਦੀ ਨੁਹਾਰ ਬਦਲ ਦਿਆਂਗੇ, ਚਾਹੇ ਉਹ ਐਜੂਕੇਸ਼ਨ ਨੂੰ ਲੈ ਕੇ ਹੋਵੇ, ਸਕੂਲਾਂ ਦੀ ਹਾਲਤ ਹੋਵੇ, ਚਾਹੇ ਹਸਪਤਾਲਾਂ ਦੀ ਹੋਵੇ, ਚਾਹੇ ਸੜਕਾਂ ਦੀ ਹੋਵੇ। ਹਰ ਤਰ੍ਹਾਂ ਦੀ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਆ ਜਿਹੜੀ ਉਹ ਕੀਤੀ ਜਾਊਗੀ। ਲੋਕਾਂ ਦੀਆਂ ਜਿਹੜੇ, ਕਿਉਂਕਿ ਹੁਣ ਤੱਕ ਭਦੌੜ ਦੇ ਵਿੱਚ ਖਾਸ ਇਹ ਹੁੰਦਾ ਆ ਕਿ ਸਰਕਾਰ ਉੱਪਰ ਕੋਈ ਹੋਰ ਹੁੰਦੀ ਆ ਤੇ ਇੱਥੋਂ ਵਿਧਾਇਕ ਜਿਹੜਾ ਹੈਗਾ ਉਹ ਕਿਸੇ ਹੋਰ ਪਾਰਟੀ ਦਾ ਹੁੰਦਾ, ਆਪੋਜੀਸ਼ਨ ਦੇ ਵਿੱਚ ਹੁੰਦਾ। ਇਸ ਕਰਕੇ ਬਰਨਾਲੇ ਨੂੰ ਹੀ, ਸਾਰੇ ਜ਼ਿਲ੍ਹੇ ਨੂੰ ਇਸ ਚੀਜ਼ ਦਾ ਖਮਿਆਜਾ ਜਿਹੜਾ ਉਹ ਭੁਗਤਣਾ ਪਿਆ ਹੈਗਾ। ਸੋ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਵੀ ਇਸ ਵਾਰੀ ਜਿਹੜੀ ਇਹ ਰੀਤ ਆ ਜਿਹੜੀ ਉਹ ਤੋੜੀ ਜਾਵੇ ਤੇ ਸਰਕਾਰ ਦੇ ਵਿੱਚ ਆਪਣਾ MLA ਬਿਠਾਇਆ ਜਾਵੇ, ਤਾਂ ਕਿ ਆਪਾਂ ਇਹ ਕਹਿ ਲਈਏ ਕਿ ਵੀ ਇਹ ਕਿਸੇ ਨੂੰ ਕੋਈ ਬਹਾਨਾ ਵੀ ਨਾ ਦੇਈਏ, ਠੀਕ ਹੈ ਨਾ, ਕਿ ਵੀ ਮੈਂ ਤਾਂ ਆਪੋਜੀਸ਼ਨ ਵੀ ਹੋਵੇ, ਸੱਤਾ ਵੀ ਹੋਵੇ ਤੇ MLA ਵੀ ਆਪਦਾ ਹੋਵੇ। ਸਰ, ਇੱਕ ਸਿਫਾਰਿਸ਼ ਕਰਨੀ ਆ, ਉਹ ਇਹ ਹੈ ਕਿ ਸਾਨੂੰ ਇੱਕ ਬੀਬੀ ਜੀ ਮਿਲੇ ਸੀਗੇ, ਹੁਣ ਉਹ ਸਹਿਣੇ ਦੇ ਨੇ, ਉਹਨੇ ਤੁਹਾਨੂੰ ਵੀਡੀਓ ਦਿਖਾਵਾਂਗੇ। ਐਗਜ਼ੈਕਟ ਸਾਡੇ ਕੋਲੇ ਉਹਦਾ ਕੋਈ ਮਤਲਬ ਐਡਰੈਸ ਨਹੀਂ ਹੈਗਾ। ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਪਤੀ ਡੈਥ ਹੋਈ ਨੂੰ 3 ਸਾਲ ਹੋ ਗਏ, ਵਿਧਵਾ ਪੈਨਸ਼ਨ ਤੱਕ ਵੀ ਨਹੀਂ ਲੱਗੀ। ਕਹਿੰਦੇ ਜੀ ਬਹੁਤ ਜਗ੍ਹਾ ਤੇ ਗਏ ਆ, ਕਦੇ ਭਦੌੜ ਕਹਿ ਦਿੰਦੇ ਆ, ਕਦੇ ਬਰਨਾਲੇ ਜਾਂਦੇ ਆ, ਤੁਹਾਨੂੰ ਅਸੀਂ ਵੀਡੀਓ ਦੇ ਦਿਆਂਗੇ, ਤੁਸੀਂ ਆਪਣੇ ਜੋ ਵੀ ਅਪਰੋਚ ਆ ਉਹਨਾਂ ਤੱਕ ਕਰਵਾ ਕੇ, ਸਹਿਣੇ ਦੇ ਨੇ ਉਹ, ਤੁਹਾਨੂੰ ਇਹਨਾਂ ਕੁ ਮੈਂ ਦੱਸ ਦਿੰਦਾ। ਮੈਂ ਦੇਖੋ, ਜਿਹਨੇ ਵੀ ਮੇਰੇ ਤੱਕ ਪਹੁੰਚ ਕੀਤੀ ਆ, ਮੈਂ ਉਹਦਾ ਮਸਲਾ ਹੱਲ ਕਰਵਾਇਆ। ਆਪ ਨਾਲ ਜਾ ਕੇ ਅਸੀਂ ਮਸਲਾ ਹੱਲ ਕਰਵਾਉਂਦੇ ਆ। ਤੁਸੀਂ ਮੈਨੂੰ ਦੱਸ ਰਹੇ ਹੋ, ਮੈਨੂੰ ਤੁਸੀਂ ਉਹਨਾਂ ਦਾ ਦੇ ਦਿਓ। ਮੇਰੇ ਸਰਪੰਚ ਸਾਹਿਬ ਵੀ ਇੱਥੇ ਬੈਠੇ ਹੈਗੇ ਆ, ਅਸੀਂ ਉਹਨਾਂ ਦਾ ਮਸਲਾ ਹੱਲ ਕਰਵਾਵਾਂਗੇ। ਮੈਂ ਤਾਂ ਦੇਖੋ, ਲੋਕਡਾਊਨ ਦੇ ਵਿੱਚ 2 ਸਾਲ ਲੋਕਡਾਊਨ ਰਿਹਾ, ਸਾਰੇ ਪੂਰੀ ਦੁਨੀਆ ਨੇ ਕੀ ਪੰਜਾਬ ਨੇ ਵੀ ਉਹਦਾ ਮਤਲਬ ਨੁਕਸਾਨ ਝੱਲਿਆ, ਠੀਕ ਹੈ ਨਾ। ਸੋ ਸਾਰੇ ਲੀਡਰ ਸੀ ਜਿਹੜੇ ਆਪਣੇ ਘਰਾਂ ਦੇ ਵਿੱਚ ਬੈਠੇ ਸੀ। ਮੈਂ ਲੋਕਡਾਊਨ ਦੇ ਵਿੱਚ ਕਰੋਨਾ ਕਾਲ ਦੇ ਦੌਰਾਨ ਆਪਣੇ ਕੋਲੋਂ 1250 ਪਰਿਵਾਰਾਂ ਨੂੰ ਉਧਾਰ, ਮੈਂ ਨਹੀਂ ਕਹਿੰਦਾ ਕਿ ਮੇਰਾ ਕੋਈ ਕਾਰੋਬਾਰ ਨਹੀਂ, ਮੈਂ ਕਿਉਂਕਿ ਥੱਲੋਂ ਆਮ ਘਰ 'ਚ ਉੱਠ ਕੇ ਆਇਆ ਹੈਗਾ ਤਾਂ ਮੇਰਾ ਕੋਈ ਬਿਜ਼ਨਸ ਨਹੀਂ, ਮੈਂ 1250 ਪਰਿਵਾਰਾਂ ਨੂੰ ਉਧਾਰ ਰਾਸ਼ਨ ਚੱਕ ਕੇ ਅਸੀਂ ਉਹਨਾਂ ਨੂੰ, ਜਿਹੜੇ ਬਿਲਕੁਲ ਲੋਕ ਲੋੜਵੰਦ ਸੀ, ਜਿਨ੍ਹਾਂ ਦੇ ਘਰ 'ਚ ਚੁੱਲ੍ਹੇ 'ਚ ਅੱਗ ਨਹੀਂ ਸੀ ਬਲਦੀ, ਉਹਨਾਂ ਨੂੰ ਅਸੀਂ ਰਾਸ਼ਨ ਵੰਡਿਆ, ਠੀਕ ਹੈ ਨਾ। ਮਤਲਬ ਮੇਰਾ ਬੱਚਾ ਛੋਟਾ ਹੈਗਾ, ਹੁਣ 2 ਸਾਲ ਦਾ ਹੋਇਆ, ਮਤਲਬ ਘਰੋਂ ਵੀ ਬਹੁਤ ਜ਼ਿਆਦਾ ਇਹ ਸੀਗਾ ਕਿ ਵੀ ਨਹੀਂ ਤੁਸੀਂ ਬਾਹਰ ਨਾ ਜਾਓ, ਮਤਲਬ
ਦੇਖੋ ਆਪਣੇ ਪਰਿਵਾਰ ਦੀਆਂ ਲਾਸ਼ਾਂ ਲੈਣ ਨੂੰ ਵੀ ਲੋਕ ਤਿਆਰ ਨਹੀਂ ਸੀ। ਮੈਂ ਉਸ ਮੌਕੇ ਵੀ ਲੋਕਾਂ ਦੇ ਵਿੱਚ ਰਿਹਾ, ਕਿਉਂਕਿ ਇਹ ਮੇਰੀ ਜ਼ਿੰਮੇਵਾਰੀ ਬਣਦੀ ਸੀ। ਸੋ ਮੈਂ ਆਪਣੀ ਜ਼ਿੰਮੇਵਾਰੀ ਤੋਂ ਕਦੇ ਵੀ ਨਹੀਂ ਭੱਜਿਆ ਤੇ ਅੱਗੇ ਵੀ ਨਹੀਂ ਭੱਜੂਗਾ। ਤੁਸੀਂ ਮੈਨੂੰ ਉਹਨਾਂ ਦਾ ਵੀਡੀਓ ਦੇ ਦਿਓ, ਜੇ ਕੋਈ ਤੁਹਾਡੇ ਕੋਲੇ ਐਡਰੈਸ ਹੈਗਾ, ਫੋਨ ਨੰਬਰ ਹੈਗਾ, ਉਹ ਦਿਓ, ਅਸੀਂ ਉਹਨਾਂ ਦੀ ਮਦਦ ਕਰਾਂਗੇ ਪੂਰਾ ਉਸ ਸਮੱਸਿਆ ਨੂੰ ਬਹੁਤ ਹੱਲ ਧੰਨਵਾਦ ਕਰਾਂਗੇ। ਐਮਐਲਏ ਸਾਹਿਬ, ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਇਹ ਸਨ ਸਾਡੇ ਨਾਲ ਭਦੌੜ ਤੋਂ ਸਿਟਿੰਗ ਵਿਧਾਇਕ ਪਿਰਮਲ ਸਿੰਘ ਖਾਲਸਾ। ਕਿਉਂਕਿ ਭਦੌੜ ਦੇ ਵਿੱਚ ਜਦੋਂ ਇਹ ਐਮਐਲਏ ਚੁਣੇ ਗਏ, ਕੀ ਕੁਝ ਵਾਪਰਿਆ ਉਹਨਾਂ ਨੇ ਆਪਣੀ ਜ਼ੁਬਾਨੀ ਵੀ ਦੱਸਿਆ। ਲੋਕ ਵੀ ਕਿਤੇ ਨਾ ਕਿਤੇ ਕੁਝ ਨਾਰਾਜ਼ ਨੇ, ਕੁਝ ਕਹਿੰਦੇ ਨੇ ਕਿ ਅਸੀਂ ਤਾਂ ਉਹਨਾਂ ਦੇ ਨਾਲ ਆ, ਪਰ ਭਦੌੜ ਦੇ ਭਲੇ ਦੇ ਲਈ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਕੰਮ ਜਿਹੜੇ ਨੇ ਉਹ ਨਿਰਵਿਘਨ ਹੋਣ, ਤਾਂ ਸਿੱਧੇ ਤੌਰ ਤੇ ਉਹਨਾਂ ਕਿਹਾ ਕਿ ਜੇਕਰ ਉਮੀਦਵਾਰ ਚੁਣੇ ਜਾਂਦੇ ਆ ਤਾਂ ਉਹਨਾਂ ਨੂੰ ਦੁਬਾਰਾ ਇੱਥੋਂ ਜਿਤਾ ਕੇ ਭੇਜਣ। ਪਰ ਫੈਸਲਾ ਭਦੌੜ ਦੇ ਲੋਕਾਂ ਦੇ ਹੱਥ 'ਚ ਹੈ, ਦੇਖਣਾ ਹੋਏਗਾ ਇਹਨਾਂ ਦੀ ਇਸ ਅਪੀਲ ਨੂੰ ਲੋਕ ਕਿਸ ਤਰ੍ਹਾਂ ਦੇ ਨਾਲ ਲੈਂਦੇ ਆ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ, ਭਦੌੜ।